ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਸੀਂ ਇੱਕ ਖਾਸ ਗੱਲਬਾਤ ਲੈ ਕੇ ਹਾਜ਼ਰ ਹੋਏ ਹਾਂ ਔਰ ਅੱਜ ਦੀ ਇਸ ਗੱਲਬਾਤ ਦੇ ਵਿੱਚ ਮੇਰਾ ਸਾਥ ਦੇਣਗੇ ਸਾਡੇ ਅੱਜ ਦੇ ਮਹਿਮਾਨ ਡਾਕਟਰ ਦਵਿੰਦਰਪਾਲ ਸਿੰਘ, ਜਿਨ੍ਹਾਂ ਨੂੰ ਅਸੀਂ ਅਕਸਰ ਡਾਕਟਰ ਡੀਪੀ ਸਿੰਘ ਕਰਕੇ ਜਾਣਦੇ ਹਾਂ, ਜਿਹੜੇ ਕਿ ਇਨਵਾਇਰਨਮੈਂਟਲਿਸਟ ਹੋਣ ਦੇ ਨਾਲ ਨਾਲ ਇਨਵਾਇਰਨਮੈਂਟ ਦੇ ਉੱਤੇ ਜੇਕਰ ਮੈਂ ਕਹਾਂ ਕਿ ਇੱਕ ਬੜੇ ਹੀ ਪੁਖਤਾ ਰਾਈਟਰ ਹਨ, ਆਥਰ ਹਨ। ਬਹੁਤ ਸਾਰੀਆਂ ਕਿਤਾਬਾਂ ਡਾਕਟਰ ਡੀਪੀ ਸਿੰਘ ਹੋਰਾਂ ਦੀਆਂ ਜਿਹੜੀਆਂ ਇਨਵਾਇਰਨਮੈਂਟ ਰਿਲੇਟਡ ਆ ਚੁੱਕੀਆਂ ਨੇ ਔਰ ਮੇਰਾ ਜਿਹੜਾ ਇਹਨਾਂ ਨੂੰ ਅੱਜ ਇੱਥੇ ਤੁਹਾਡੇ ਸਨਮੁਖ ਲੈ ਕੇ ਆਉਣ ਦਾ ਜਿਹੜੀ ਮੈਂ ਗੁਜ਼ਾਰਿਸ਼ ਕੀਤੀ ਸੀ, ਉਹਨਾਂ ਨੇ ਇਸ ਨੂੰ ਐਕਸੈਪਟ ਕੀਤਾ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਨਿੱਘਾ ਸਵਾਗਤ। ਜੀ ਆਇਆਂ ਨੂੰ, ਤੁਸੀਂ ਅੱਜ ਦੀ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਜੀ ਆਇਆਂ ਨੂੰ ਜੀ। ਥੈਂਕ ਯੂ। ਡਾਕਟਰ ਸਾਹਿਬ, ਗੱਲ ਇਨਵਾਇਰਨਮੈਂਟ ਦੀ ਕਰਨ ਦੇ ਹੀ ਗੱਲ ਕਰਾਂਗੇ ਆਪਾਂ ਔਰ ਇਸ ਸੰਦਰਭ ਦੇ ਵਿੱਚ ਜਿਵੇਂ ਕਿ ਆਪਾਂ ਆਫ ਦੀ ਏਅਰ ਵੀ ਗੱਲ ਕਰ ਰਹੇ ਸੀ ਕਿ ਵਾਤਾਵਰਨ ਜਿਹੜਾ ਹੈ ਜੀ ਉਹ ਮਨੁੱਖ ਵਾਤਾਵਰਨ ਦੇ ਵਿੱਚ ਹੈ, ਨਾ ਕਿ ਮਨੁੱਖ ਨੇ ਵਾਤਾਵਰਨ ਨੂੰ ਬਣਾਇਆ। ਸੋ ਗੁਰਬਾਣੀ ਦੇ ਸੰਬੰਧ ਦੇ ਵਿੱਚ ਅਤੇ ਜਿਹੜਾ ਅੱਜ COVID-19 ਜਿਹੜਾ ਚੱਲ ਰਿਹਾ ਉਹਦੇ ਕਰਕੇ ਜਿਹੜੇ ਲਾਕਡਾਊਨਸ ਹੋਏ ਨੇ ਜਾਂ ਲੋਕ ਬਾਹਰ ਨਹੀਂ ਨਿਕਲ ਰਹੇ, ਤੇ ਵਾਤਾਵਰਨ ਦੇ ਉੱਤੇ ਕੀ ਵਾਕਈ ਕੋਈ ਪੋਜ਼ਿਟਿਵ ਇਫੈਕਟ ਪਿਆ ਜਾਂ ਉਹਦਾ ਇੰਪੈਕਟਸ ਕੀ ਨੇ ਵਨਸਪਤੀ ਦੇ ਉੱਤੇ ਜਾਂ ਜਿਹੜੀਆਂ ਹੋਰ ਲਿਵਿੰਗ ਸਪੀਸ਼ੀਜ਼ ਨੇ ਉਹਨਾਂ ਦੇ ਉੱਤੇ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਡਾਕਟਰ ਸਾਹਿਬ ਨੇ ਜਿੱਥੇ ਸਿੱਖਿਜ਼ਮ ਨੂੰ ਲੈ ਕੇ ਔਰ ਗੁਰਬਾਣੀ ਨੂੰ ਲੈ ਕੇ ਇਨਵਾਇਰਨਮੈਂਟ ਦੀ ਜਿਹੜੀ ਗੱਲ ਹੈ ਗੁਰਬਾਣੀ ਚਾਹੁੰਦੀ ਹੈ, ਉਹਦੇ ਤੇ ਬੜੀ ਰਿਸਰਚ ਬੇਸਡ ਬਹੁਤ ਇੱਕ ਅੱਛੀ ਕਿਤਾਬ ਜਿਹੜੀ ਹੈ ਉਹ ਵੀ ਲਿਖੀ ਹੈ। ਉਹਦੀ ਅੱਗੇ ਚੱਲ ਕੇ ਅਸੀਂ ਚਰਚਾ ਕਰਾਂਗੇ। ਸੋ ਅਜਿਹੀ ਅੱਜ ਦੀ ਗੱਲਬਾਤ ਹੋਏਗੀ ਔਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਜਦੋਂ ਤੋਂ ਮੈਂ ਕੱਲ ਤੋਂ ਪਾਇਆ ਸੀ ਇਸਨੂੰ ਆਪਣੇ ਫੇਸਬੁੱਕ ਦੇ ਉੱਤੇ ਔਰ ਹੋਰ ਮੀਡੀਆ ਦੇ ਉੱਤੇ, ਤਾਂ ਮੈਨੂੰ 2-3 ਜਿਹੜੇ ਸਵਾਲ ਵੀ ਪੁੱਛੇ ਗਏ ਨੇ। ਸੋ ਉਹ ਵੀ ਅਸੀਂ ਡਾਕਟਰ ਸਾਹਿਬ ਤੋਂ ਲਵਾਂਗੇ ਉਹਨਾਂ ਦੇ ਜਵਾਬ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੀ ਸੇਫਟੀ ਔਰ ਤੁਹਾਡੇ ਪਰਿਵਾਰ ਦੀ, ਤੁਹਾਡੇ ਰਿਸ਼ਤੇਦਾਰਾਂ ਦੀ ਸੇਫਟੀ ਦੇ ਲਈ ਅਸੀਂ ਸ਼ੁਭ ਕਾਮਨਾਵਾਂ ਕਰਦੇ ਹਾਂ। ਉਮੀਦ ਹੈ ਕਿ ਸਾਰੇ ਤੰਦਰੁਸਤ ਹੋਣਗੇ। ਥੈਂਕ ਯੂ ਸਰ ਜੀ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅਰਥ ਡੇ ਦੇ ਸੰਬੰਧ ਦੇ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਤੁਹਾਡੇ ਵੱਲੋਂ, ਔਰ ਇੱਥੇ ਮੈਨੂੰ ਮੌਕਾ ਦਿੱਤਾ ਗਿਆ ਹੈ ਕਿ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕਰ ਸਕਾਂ। ਜਿਵੇਂ ਕਿ ਅੱਜ ਅਸੀਂ ਕੋਰੋਨਾ ਦੁਆਰਾ ਪੈਦਾ ਕੀਤੀ ਗਈ ਮਹਾਮਾਰੀ ਦੇ ਵਿੱਚੋਂ ਲੰਘ ਰਹੇ ਹਾਂ। ਸਾਰੀ ਦੁਨੀਆ ਇਸ COVID-19 ਤੋਂ ਪ੍ਰਭਾਵਿਤ ਹੈ ਔਰ ਇਹਨੇ ਸਾਡੇ ਵਾਤਾਵਰਣ ਦੇ ਉੱਤੇ ਬਹੁਤ ਹੀ ਗੰਭੀਰ ਪ੍ਰਭਾਵ ਪਾਇਆ ਹੈ, ਜਿਸ ਦੇ ਵਿੱਚੋਂ ਨਿਕਲਣ ਲਈ ਸਰਕਾਰਾਂ ਵੀ ਔਰ ਆਮ ਲੋਕ ਵੀ ਪੂਰੀ ਤਰ੍ਹਾਂ ਜ਼ੋਰ ਲਗਾ ਰਹੇ ਨੇ। ਜਦੋਂ ਅਸੀਂ ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਵਾਤਾਵਰਣ ਦੇ ਬਹੁਤ ਸਾਰੇ ਪਹਿਲੂ ਨੇ ਜੀ। ਸਮਾਜਿਕ ਪਹਿਲੂ ਵੀ ਹੈ, ਆਰਥਿਕ ਪਹਿਲੂ ਵੀ ਹੈ, ਭੌਤਿਕ ਪਹਿਲੂ ਵੀ ਹੈ ਤੇ ਰਾਜਨੀਤਿਕ ਪਹਿਲੂ ਵੀ ਹੈ। ਇਹਨਾਂ ਸਾਰਿਆਂ ਦੇ ਉੱਤੇ ਇਸ ਮਹਾਮਾਰੀ ਨੇ ਪ੍ਰਭਾਵ ਪਾਇਆ ਹੈ ਜੀ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਸਮਾਜਿਕ ਵਾਤਾਵਰਣ ਬਾਰੇ ਗੱਲ ਕਰਨ ਜਾਵਾਂਗੇ ਜੀ। ਦੇਖੋ, ਸਮਾਜ ਦੇ ਵਿੱਚ ਇਸ ਮਹਾਮਾਰੀ ਦੇ ਕਾਰਨ ਕਿਹੋ ਜਿਹੀਆਂ ਤਬਦੀਲੀਆਂ ਦੇਖੀਆਂ ਗਈਆਂ, ਸਾਡੇ ਸਮਾਜਿਕ ਵਾਤਾਵਰਣ ਨੂੰ ਕਿਸ ਤਰ੍ਹਾਂ ਇਸਨੇ ਪ੍ਰਭਾਵਿਤ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਇਹਨੇ ਸਾਡੇ ਜੀਵਨ ਚੱਲਣ ਨੂੰ ਬਦਲ ਕੇ ਰੱਖ ਦਿੱਤਾ। ਕਿੱਥੇ ਹਿਊਮਨ ਨੂੰ ਅਸੀਂ ਸੋਸ਼ਲ ਐਨੀਮਲ ਕਹਿੰਦੇ ਸਾਂ ਔਰ ਇੱਕ ਦੂਜੇ ਨੂੰ ਮਿਲਣਾ ਵਰਤਣਾ, ਮੇਲ ਮਿਲਾਪ, ਪਾਰਟੀਆਂ, ਸਮਾਗਮ ਕਰਨੇ ਸਾਡੇ ਜੀਵਨ ਦਾ ਇੱਕ ਅਹਿਮ ਅੰਗ ਰਿਹਾ ਹੈ। ਅੱਜ ਅਸੀਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰ ਰਹੇ ਹਾਂ। ਅੱਜ ਅਸੀਂ ਇੱਕ ਦੂਜੇ ਤੋਂ 6-6 ਫੁੱਟ ਦੀ ਦੂਰੀ ਤੇ ਚੱਲ ਰਹੇ ਹਾਂ, ਇੱਕ ਦੂਜੇ ਨੂੰ ਮਿਲਣ ਤੋਂ ਘਬਰਾ ਰਹੇ ਹਾਂ, ਘਰਾਂ ਤੋਂ ਬਾਹਰ ਨਿਕਲਣ ਤੋਂ ਘਬਰਾ ਰਹੇ ਹਾਂ। ਔਰ ਇਹ ਸਹੀ ਵੀ ਹੈ, ਸਰਕਾਰਾਂ ਦੁਆਰਾ ਇਹ ਕਿਹਾ ਵੀ ਗਿਆ ਹੈ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ। ਪਾਰਟੀਆਂ ਉੱਤੇ ਰੋਕ ਲੱਗੀ ਹੈ, ਵਿਆਹ ਸ਼ਾਦੀਆਂ ਦੇ ਉੱਤੇ ਪੋਸਟਪੋਨ ਕਰਨੀਆਂ ਪਈਆਂ ਨੇ ਬਹੁਤ ਜਗ੍ਹਾ। ਘਰੇਲੂ ਕਈ ਘਰਾਂ ਦੇ ਵਿੱਚ ਇਹੋ ਜਿਹੇ ਕੇਸਿਸ ਵੀ ਆ ਰਹੇ ਹਨ ਕਿ ਇਸ ਮਹਾਮਾਰੀ ਕਾਰਨ ਘਰੇਲੂ ਇੱਕ ਬਹੁਤ ਹੀ ਦੁਖਦਾਈ ਪੱਖ ਵੀ ਸਾਡੇ ਸਾਹਮਣੇ ਸਮਾਜਿਕ ਤੌਰ ਤੇ ਆਇਆ ਹੈ। ਤੁਸੀਂ ਪਿਛਲੇ ਦਿਨੀ ਫੇਸਬੁੱਕ ਦੇ ਉੱਤੇ ਇੱਕ ਚਰਚਾ ਹੋਈ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਕੇਸ ਆਇਆ। ਜਦੋਂ ਉਹ ਕੋਰੋਨਾ ਦੀ ਬਿਮਾਰੀ ਤੋਂ ਦੱਸਿਆ ਗਿਆ ਕਿ ਉਹ ਪੀੜਤ ਸਨ ਤੇ ਉਹ ਪੂਰੇ ਹੋ ਗਏ, ਤਾਂ ਉਹਨਾਂ ਦੇ ਸੰਸਕਾਰ ਕਰਨ ਤੇ ਵੀ ਲੋਕਾਂ ਨੇ ਵਿਰੋਧ ਕੀਤਾ ਕਿ ਸ਼ਮਸ਼ਾਨ ਘਾਟਾਂ ਨੂੰ ਤਾਲੇ ਲਗਾ ਦਿੱਤੇ। ਔਰ ਕਈ ਜਗ੍ਹਾ ਇਹੋ ਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਕਿ ਬੱਚੇ ਵੀ, ਪੇਰੈਂਟ ਅਗਰ ਕੋਈ ਡੈਥ ਹੋ ਗਈ ਹੈ ਕਰੋਨਾ ਨਾਲ, ਤਾਂ ਉਹ ਲਾਸ਼ ਲੈਣ ਨਹੀਂ ਗਏ। ਬਹੁਤ ਹੀ ਦੁਖਦਾਈ ਜਿਹੜਾ ਹੈ ਸਮਾਜਿਕ ਵਾਤਾਵਰਣ ਦੇ ਵਿੱਚ ਅਜਿਹੇ ਹਾਲਤ ਬਣੇ ਨੇ। ਆਵਾਜਾਈ ਦੇ ਉੱਤੇ ਬੰਦਿਸ਼ ਲੱਗੀ ਹੈ,
ਤੇ ਜਿੱਦਾਂ ਹੁਣ ਸਕੂਲ ਕਾਲਜ ਹੋਰ ਵਿਦਿਅਕ ਅਦਾਰੇ ਵੀ ਬੰਦ ਨੇ ਤੇ ਖੇਡਾਂ ਜਿਹੜੀਆਂ ਮੈਦਾਨ ਦੇ ਵਿੱਚ ਹੁੰਦੀਆਂ ਸੀ ਉਹ ਵੀ ਬੰਦ ਨੇ। ਬੀਚ ਦੇ ਉੱਤੇ ਸਮਰ ਦਾ ਮੌਸਮ ਕੈਨੇਡਾ 'ਚ ਆ ਰਿਹਾ ਹੈ, ਲੋਕੀ ਇਸ ਮੌਸਮ ਨੂੰ ਬਹੁਤ ਉਤਾਵਲੇ ਹੋ ਕੇ ਉਡੀਕਦੇ ਨੇ, ਬੀਚ ਵਗੈਰਾ ਤੇ ਜਾ ਕੇ ਉੱਥੇ ਐਕਟੀਵਿਟੀਜ਼ ਕਰਦੇ ਨੇ। ਹੁਣ ਉਹ ਸਾਰਾ ਕੁਝ ਬੰਦ ਹੈ। ਇਸ ਤਰ੍ਹਾਂ ਸਾਡਾ ਜਿਹੜਾ ਸਮਾਜਿਕ ਵਾਤਾਵਰਣ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇੱਕ ਹੋਰ ਗੱਲ ਜੋ ਹੈ ਕਿ ਸਿਹਤ ਸੇਵਾਵਾਂ, ਉਹਨਾਂ ਦਾ ਜਿਹੜਾ ਅਹਿਮੀਅਤ ਵਧੀ ਹੈ। ਲੋਕੀ ਇੱਕ ਨਵੀਂ ਜਿਹੜਾ ਪੱਧਰ ਹੈ ਵਿਦਿਅਕ ਖੇਤਰ ਦੇ ਵਿੱਚ ਮੈਂ ਦੇਖ ਰਿਹਾ, ਉਹ ਹੈ ਕਿ ਆਨਲਾਈਨ ਟੀਚਿੰਗ ਦਾ ਤੇ ਆਨਲਾਈਨ ਬਿਜ਼ਨਸ ਦਾ ਜਿਹੜਾ ਟ੍ਰੈਂਡ ਹੈ ਉਹ ਜ਼ਿਆਦਾ ਵੱਧ ਰਿਹਾ ਹੈ। ਇੱਕ ਖੁਸ਼ੀ ਦੀ ਵੀ ਗੱਲ ਹੈ ਸਮਾਜਿਕ ਖੇਤਰ 'ਚ ਕਿ ਜਿਹੜਾ ਟ੍ਰੈਫਿਕ ਜਾਂ ਆਵਾਜਾਈ ਘੱਟ ਹੋਣ ਕਾਰਨ ਐਕਸੀਡੈਂਟ ਘਟੇ ਨੇ, ਇਹ ਰਿਪੋਰਟ ਆਈ ਹੈ। ਕ੍ਰਾਈਮ ਵੀ ਘਟੇ ਨੇ, ਸੁਸਾਈਡ ਵੀ ਘਟੇ ਤੇ ਨਸ਼ਿਆਂ ਦੀ ਜਿਹੜੀ ਹੈ ਚਲਨ ਵੀ ਘਟਿਆ ਹੈ। ਇਹ ਰਿਪੋਰਟਾਂ ਅਲੱਗ-ਅਲੱਗ ਦੇਸ਼ਾਂ ਤੋਂ, ਅਲੱਗ-ਅਲੱਗ ਖੇਤਰਾਂ ਤੋਂ ਆ ਰਹੀਆਂ ਨੇ। ਇਹ ਸੁੱਖ ਦੇ ਸਮਾਚਾਰ ਵੀ ਹੈ। ਹੁਣ ਅਗਰ ਅਸੀਂ ਆਰਥਿਕ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਸਾਰੇ ਬਿਜ਼ਨਸ, ਬਹੁਤ ਸਾਰੇ ਬਿਜ਼ਨਸ ਜਿਹੜੇ ਬੰਦ ਨੇ, ਛੋਟੇ ਬਿਜ਼ਨਸ ਖਾਸ ਤੌਰ ਤੇ ਪ੍ਰਭਾਵਿਤ ਹੋਏ ਨੇ। ਵਪਾਰਕ ਅਦਾਰੇ ਬੰਦ ਨੇ, ਪਬ, ਸਿਨੇਮਾ ਘਰ, ਰੈਸਟੋਰੈਂਟ ਬੰਦ ਨੇ, ਹਵਾਈ ਉਡਾਨਾਂ ਬੰਦ ਨੇ। ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਬੱਸਾਂ ਤੇ ਟ੍ਰੇਨਸ ਦੇ ਵਿੱਚ ਜਿਹੜੇ ਆਉਣ ਜਾਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੀ ਘਟ ਗਈ ਹੈ, ਜਿਹਦੇ ਨਾਲ ਇਹ ਸਾਰੇ ਅਦਾਰੇ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਬੇਸ਼ੱਕ ਆਰਥਿਕ ਤੌਰ ਤੇ ਆਨਲਾਈਨ ਵਰਕਿੰਗ ਸ਼ੁਰੂ ਹੋ ਚੁੱਕੀ ਹੈ, ਵੱਡੇ ਪੈਮਾਨੇ ਉੱਤੇ ਜੌਬ ਲਾਸਸ ਵੀ ਹੋਈਆਂ ਨੇ, ਸਟਾਕ ਮਾਰਕੀਟ ਗਿਰ ਗਈ ਹੈ ਤੇ ਬਹੁਤ ਸਾਰੇ ਜਿਹੜੇ ਬਿਜ਼ਨਸ ਆ ਉਹ ਸਟਰਗਲ ਕਰ ਰਹੇ ਨੇ ਸਰਵਾਈਵ ਕਰਨ ਲਈ। ਤੇ ਇਹ ਦੇਖਿਆ ਗਿਆ ਹੈ ਇੱਕ ਅੰਦਾਜ਼ੇ ਮੁਤਾਬਕ ਗਲੋਬਲ 에ਅਰਲਾਈਨ ਨੂੰ ਜਿਹੜਾ ਘਾਟਾ ਹੈ 113 ਬਿਲੀਅਨ ਡਾਲਰ ਦਾ ਹੋਣ ਦਾ ਅੰਦਾਜ਼ਾ ਹੈ। ਬਹੁਤ ਸਾਰੀਆਂ 에ਅਰਲਾਈਨਸ ਦਾ ਦਾਤ ਹੈ, ਜਿਸ ਤਰ੍ਹਾਂ ਨਿਲਾਮੀਆਂ ਹੋਣ ਵਾਲੀ ਸਥਿਤੀ ਆ ਰਹੀ ਹੈ। ਜੀ ਡਾਕਟਰ ਸਾਹਿਬ, ਕੁਝ ਨਵੀਆਂ ਗੱਲਾਂ ਸਾਡੇ ਸਾਹਮਣੇ ਆਈਆਂ ਨੇ, ਜਿਵੇਂ ਡਿਜੀਟਲ ਕਮਰਸ ਨੂੰ ਉਤਸ਼ਾਹ ਮਿਲਿਆ ਹੈ ਜੀ, ਟੈਲੀ ਮੈਡੀਸਨ ਇਹ ਜ਼ਿਆਦਾ ਪ੍ਰਚਲਿਤ ਹੋਈ ਹੈ, ਆਟੋਮੇਸ਼ਨ ਵੱਲ ਨੂੰ ਬਿਜ਼ਨਸ, ਵੱਡੀਆਂ ਇੰਡਸਟਰੀਜ਼ ਜਿਹੜੀਆਂ ਆਟੋਮੇਸ਼ਨ ਵੱਲ ਨੂੰ ਜਾਣ ਦਾ ਟ੍ਰੈਂਡ ਇਸ ਵਾਇਰਸ ਦੇ ਪ੍ਰਭਾਵ ਨਾਲ ਵਧਿਆ ਹੈ। ਗਵਰਨਮੈਂਟ ਨੇ ਵੀ ਨਵੇਂ ਇਨੀਸ਼ੀਏਟਿਵ ਲਏ ਨੇ ਆਰਥਿਕ ਖੇਤਰ ਦੇ ਵਿੱਚ। ਲੋ ਇੰਟਰਸਟ ਲੋਨਸ ਜਿਹੜੇ ਹੈਗੇ, ਸਬਸਿਡੀਜ਼ ਫਾਰ ਬਿਜ਼ਨੈਸਸ, ਉਹ ਗਵਰਨਮੈਂਟ ਨੇ ਡਿਕਲੇਅਰ ਕੀਤੀਆਂ ਨੇ ਔਰ ਇੰਪਲੀਮੈਂਟ ਹੋ ਰਹੀਆਂ ਹੈ ਜੀ। ਕੰਪਨਸੇਸ਼ਨ ਫਾਰ ਪੀਪਲ ਕੰਪੈਲਡ ਫਾਰ ਨੋ ਵਰਕ ਸਿਚੁਏਸ਼ਨ, ਬਹੁਤ ਸਾਰੇ ਲੋਕ ਜਿਹੜੇ ਕਿ ਕੰਮ ਨਹੀਂ ਜਾ ਸਕਦੇ, ਜਿਹੜੇ ਡੇਲੀ ਵੇਜਰਸ ਨੇ ਜਾਂ ਹੋਰ ਪੇ ਚੈੱਕ ਟੂ ਪੇ ਚੈੱਕ ਜਿਹਨਾਂ ਦਾ ਹੈ, ਉਹਨਾਂ ਸਾਰਿਆਂ ਦੀ ਮਦਦ ਲਈ ਗਵਰਨਮੈਂਟ ਨੇ ਬਹੁਤ ਅੱਛੀਆਂ ਸਕੀਮਾਂ ਆਰਥਿਕ ਖੇਤਰ ਦੇ ਵਿੱਚ, ਵਾਤਾਵਰਣ ਦੇ ਵਿੱਚ ਮਿਕਸਡ ਜਿਹੜੇ ਇਫੈਕਟ ਆਏ ਨੇ। ਹੁਣ ਜੇ ਅਸੀਂ ਦੇਖੀਏ ਕਿ ਸਾਡੇ ਭੌਤਿਕ ਵਾਤਾਵਰਣ, ਜਿਹਨੂੰ ਫਿਜ਼ੀਕਲ এনवायरमेंट ਕਹਿੰਦੇ, ਉਹਦੇ ਵਿੱਚ ਕਿਹੋ ਜਿਹਾ ਅਸਰ ਪਿਆ ਹੈ ਇਸ ਮਹਾਮਾਰੀ ਦਾ ਜੀ। ਦੇਖੋ ਕਿ ਪ੍ਰਦੂਸ਼ਣ ਤੇ ਗ੍ਰੀਨ ਹਾਊਸ ਗੈਸਸ, ਜਿਨ੍ਹਾਂ ਦੇ ਕਰਕੇ ਗ੍ਰੀਨ ਹਾਊਸ ਗੈਸਸ ਉਹ ਗੈਸਸ ਨੇ ਜਿੱਦਾਂ ਕਾਰਬਨ ਡਾਈਆਕਸਾਈਡ ਹੈ, ਮੀਥੇਨ ਹੈ, ਨਾਈਟ੍ਰੋਜਨ ਦੇ ਆਕਸਾਈਡਸ ਨੇ, ਇਹ ਜਿਹੜੇ ਹੈ ਸੂਰਜ ਤੋਂ ਆ ਰਹੀਆਂ ਕਿਰਨਾਂ, ਅਲਟਰਾਵਾਇਲਟ ਰੇਜ਼ ਨੂੰ ਅਬਜ਼ੌਰਬ ਕਰਕੇ ਧਰਤੀ ਦੇ ਵਾਯੂਮੰਡਲ ਦਾ ਤਾਪਮਾਨ ਵਧਾਉਂਦੇ ਨੇ। ਇਹਨਾਂ ਦੇ ਵਿੱਚ ਕਮੀ ਆਈ ਹੈ, ਔਰ ਕਮੀ ਕਿਉਂ ਆਈ ਹੈ ਕਿ ਜਿਹੜਾ ਟ੍ਰੈਫਿਕ ਹੈ ਉਹ ਘਟਣ ਦੇ ਨਾਲ, ਟ੍ਰੈਫਿਕ ਦੀ ਜੇ ਐਗਜ਼ਾਸਟ ਫਿਊਲ ਜਿਹੜੀਆਂ ਹੈ ਜਾਂ ਇੰਡਸਟਰੀਜ਼ ਜਿਹੜੀਆਂ, ਉਹ ਕਿਉਂਕਿ ਕਰੋਨਾ ਮਹਾਮਾਰੀ ਨਾਲ ਬੰਦ ਹੋਈਆਂ, ਜਿੱਥੇ ਫੋਸਲ ਫਿਊਲਸ ਅਸੀਂ ਵਰਤਦੇ ਹਾਂ, ਉਹਨਾਂ ਵਿੱਚੋਂ ਨਿਕਲਦੀਆਂ ਗੈਸਸ ਜਿਹੜੀਆਂ ਹੈ ਉਹ ਗਲੋਬਲ ਵਾਰਮਿੰਗ ਗੈਸਸ ਨੇ, ਉਹਨਾਂ ਦਾ ਪ੍ਰਦੂਸ਼ਣ ਘਟਿਆ ਹੈ। ਔਰ ਚੀਨ ਦੇ ਵਿੱਚ ਤਾਂ 25% ਜਿਹੜਾ ਹੈ ਪ੍ਰਦੂਸ਼ਣ ਘਟ ਗਿਆ ਹੈ, ਨਿਊਯਾਰਕ ਦੇ ਵਿੱਚ 50% ਤੱਕ ਇਹ ਫਰਕ ਪਿਆ ਹੈ। ਤੇ ਫੋਸਲ ਫਿਊਲ ਜੋ ਚੀਨ ਵਰਤ ਰਿਹਾ ਸੀ ਉਹਦੇ ਵਿੱਚ 40% ਘਾਟਾ ਆਇਆ ਹੈ ਤੇ 337 ਸ਼ਹਿਰਾਂ ਦੇ ਵਿੱਚ ਚੀਨ ਦੇ ਵਿਖੇ 11% ਜਿਹੜਾ ਇੰਪਰੂਵਮੈਂਟ ਹੋਈ ਹੈ ਫਿਜ਼ੀਕਲ এনवायरमेंट ਦੇ ਵਿੱਚ। ਦਿੱਲੀ ਤੋਂ ਸਾਫ਼ ਨੀਲਾ ਆਕਾਸ਼ ਬਹੁਤ ਲੋਕਾਂ ਨੇ ਪਹਿਲੀ ਵਾਰ ਦੇਖਿਆ, ਕਿਉਂਕਿ ਉੱਥੇ ਪੋਲਿਊਸ਼ਨ ਦੇ ਨਾਲ ਸਮਾਨ ਸਦਾ ਟਕਿਆ ਹੀ ਰਹਿੰਦਾ ਸੀ। ਤੇ ਇਸੇ ਤਰ੍ਹਾਂ ਹਿਮਾਲਿਆ ਪਰਬਤ, ਬਹੁਤ ਸਾਰੇ ਲੋਕਾਂ ਨੇ ਦਿੱਲੀ ਤੋਂ ਜਿਹੜਾ ਪਹਿਲੀ ਵਾਰ ਹਿਮਾਲਿਆ ਪਰਬਤ ਦੇ ਸ਼੍ਰੰਖਲਾ ਦੇ ਦਰਸ਼ਨ ਹੋਏ ਨੇ। ਇਹ ਕਲੀਅਰ ਵਾਤਾਵਰਨ ਪੋਲਿਊਸ਼ਨ ਘਟਣ ਦੇ ਕਾਰਨ ਹੋਇਆ ਹੈ। ਇਹ ਮਹਾਮਾਰੀ ਦਾ ਪੋਜ਼ਿਟਿਵ ਇਫੈਕਟ ਵੀ ਪਿਆ। ਪਰ ਇੱਕ ਨੈਗੇਟਿਵ ਇੰਪੈਕਟ ਇਹ ਪਿਆ ਕਿ ਚੀਨ ਦੇ ਵਿੱਚ ਹਸਪਤਾਲ ਤੋਂ ਜਿਹੜੀ ਵੇਸਟ ਨਿਕਲੀ, ਬਾਇਓ ਵੇਸਟ, ਉਹਦੇ ਅੰਬਾਰ ਲੱਗ ਗਏ। 200 ਟਨ ਪ੍ਰਤੀ ਦਿਨ ਇਹ ਜਿਹੜੀ ਆ ਵੇਸਟ ਪੈਦਾ ਹੋ ਰਹੀ ਹੈ, ਜਿਸ ਨੂੰ ਸਿੱਟਣਾ ਮੁਸ਼ਕਲ ਹੈ। ਤੇ ਡਰਾਈਵਿੰਗ ਤੇ ਏਵੀਏਸ਼ਨ ਦੀ ਘਟਨਾ 72% ਗ੍ਰੀਨ ਹਾਊਸ ਗੈਸ ਐਮਿਸ਼ਨ ਘਟਿਆ ਹੈ। ਮੈਡੀਕਲ ਖੇਤਰ ਦੇ ਵਿੱਚ ਤੇਜ਼ੀ ਆਈ ਹੈ
ਇਹ ਪੋਜ਼ਿਟਿਵ ਇਫੈਕਟ ਹੈ ਕਿ ਸਿਹਤ ਸੁਧਾਰ ਕਾਰਜਾਂ ਦੇ ਵਿੱਚ ਲੋਕਾਂ ਦਾ ਧਿਆਨ ਉਧਰ ਨੂੰ ਮੁੜਿਆ ਹੈ, ਵੱਡੀਆਂ ਸੰਸਥਾਵਾਂ ਦਾ ਮੁੜਿਆ ਹੈ, ਤੇ ਕੋਸ਼ਿਸ਼ ਕਰ ਰਹੇ ਨੇ ਕਿ ਨਵਾਂ ਵੈਕਸੀਨ ਮਿਲੇ ਤੇ ਇਸ ਮਹਾਮਾਰੀ ਤੋਂ ਛੁਟਕਾਰਾ ਹੋਵੇ। ਪਰ ਨਾਲ ਹੀ ਅਨੇਕ ਵਾਤਾਵਰਣੀ ਸੰਮੇਲਨ ਰੱਦ ਹੋ ਗਏ ਨੇ। ਹੁਣ ਵਾਤਾਵਰਣੀ ਮੁੱਦੇ ਜਿਹੜੇ ਨੇ ਉਹ ਬੈਕ ਬਰਨਰ ਤੇ ਚਲੇ ਗਏ ਨੇ, ਹੋਰ ਗੱਲਾਂ ਵੱਲ ਧਿਆਨ ਨਹੀਂ ਹੈ, ਸਿਰਫ ਇਸ ਕਰੋਨਾ ਤੇ ਇਸ ਨੂੰ ਨਿਪਟਣ ਵੱਲ ਮੇਜਰ ਧਿਆਨ ਜਿਹੜਾ ਸਾਡੇ ਸਭ ਦਾ ਜੁੜਿਆ ਹੋਇਆ ਹੈ। ਯੂਰਪੀਅਨ ਯੂਨੀਅਨ ਨੇ ਡਿਬੇਟ ਰੱਖੀ ਸੀ, ਨਿਊ ਕਲਾਈਮੇਟ ਲਾਅ ਬਣਾਉਣਾ ਸੀ ਉਹਨਾਂ ਨੇ, ਉਹ ਵੀ ਬੈਕ ਬਰਨਰ ਤੇ ਚਲਾ ਗਿਆ ਹੈ। ਤੇ ਇਸ ਕਰਕੇ ਇੱਕ ਡਰ ਵੀ ਹੈ, ਭੌਤਿਕ ਜਿਹੜੀਆਂ ਤਬਦੀਲੀਆਂ ਕਈ ਚੰਗੀਆਂ ਵੀ ਵਾਪਰੀਆਂ, ਕੋਈ ਨੈਗੇਟਿਵ ਵੀ ਨੇ, ਪਰ ਇੱਕ ਡਰ ਹੈ ਕਿ ਜੋ ਚੰਗੀਆਂ ਵਾਪਰੀਆਂ ਇਸ ਮਹਾਮਾਰੀ ਦੌਰਾਨ, ਉਹ ਜਿਹੜੀਆਂ ਤਬਦੀਲੀਆਂ ਟੈਂਪਰੇਰੀ ਨੇ, ਆਉਣ ਵਾਲੇ ਸਮੇਂ 'ਚ ਜਦੋਂ ਆਰਥਿਕ ਰਿਜ਼ਰਵੇਸ਼ਨ ਹੋਣੀ ਹੈ ਉਦੋਂ ਦੁਬਾਰਾ ਜਿਹੜਾ ਹੈ ਇਹ ਪਹਿਲੇ ਵਰਗਾ ਪੋਲਿਊਸ਼ਨ 70 ਹੋ ਜਾਏਗਾ। ਸੋ ਸਾਨੂੰ ਇਹ ਚਾਹੀਦਾ ਹੈਗਾ ਕਿ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਦੁਬਾਰਾ ਇਕਨੋਮਿਕ ਐਕਟੀਵਿਟੀ ਆਪਣੇ ਪੂਰੇ ਜ਼ੋਰ ਸ਼ੋਰ ਨਾਲ ਚੱਲੇ ਤਾਂ ਸਾਨੂੰ ਵਾਤਾਵਰਣ ਦਾ ਧਿਆਨ ਰੱਖਣ ਦੀ ਉਦੋਂ ਲੋੜ ਪਏਗੀ। ਹੁਣ ਜੇ ਅਸੀਂ ਰਾਜਨੀਤਿਕ ਵਾਤਾਵਰਣ ਦੇ ਵਿੱਚ ਕੀ ਫਰਕ ਪਿਆ ਹੈ ਉਹਦੇ ਪ੍ਰਭਾਵ ਦੇਖੀਏ ਤਾਂ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਦੇਸ਼ਾਂ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਲੀਡਰਸ ਨੇ, ਉਹਨਾਂ ਦਾ ਸੋਚ ਦਾ ਮੁੱਦਾ ਕਿ ਅਸੀਂ ਕੋਵਿਡ-19 ਦੇ ਕ੍ਰਾਈਸਿਸ ਨੂੰ ਕਿਸ ਤਰ੍ਹਾਂ ਹੈਂਡਲ ਕਰੀਏ ਔਰ ਕਿਹੜੇ ਪੋਜ਼ਿਟਿਵ ਸਟੈਪ ਲਈਏ ਤਾਂ ਕਿ ਸਭ ਦਾ ਇਸ ਮਹਾਮਾਰੀ ਤੋਂ ਬਚਾਅ ਹੋ ਸਕੇ। ਠੀਕ ਹੈ। ਕੈਨੇਡਾ ਤੇ USA ਦੇ ਵਿੱਚ ਇਮੀਗ੍ਰੇਸ਼ਨ ਦੀ ਜਿਹੜੀ ਸਭ ਤੋਂ ਮੇਜਰ ਪਹਿਲਾਂ ਮੁੱਦਾ ਰਿਹਾ ਹੈ, ਜਿਹਦੇ ਵਿੱਚ ਬਹੁਤ ਸਾਰੇ ਕੈਨੇਡਾ 'ਚ ਵੀ ਅਸੀਂ ਜਿਹੜੇ ਇਮੀਗ੍ਰੈਂਟਸ ਨੂੰ ਜੀ ਆਇਆ ਕਹਿੰਦੇ ਆ, ਉਹ ਮੁੱਦਾ ਹੁਣ ਬੈਕ ਬਰਨਰ ਤੇ ਚਲਾ ਗਿਆ, ਅਮਰੀਕਾ 'ਚ ਵੀ ਔਰ ਕੈਨੇਡਾ 'ਚ। ਹੈਲਥ ਇਸ਼ੂ ਤੇ ਮੈਡੀਕਲ ਫੈਸਿਲਿਟੀਜ਼ ਅੱਜ ਮੇਨ ਇਸ਼ੂ ਹੈ ਰਾਜਨੀਤਿਕਾਂ ਦੇ ਲਈ ਵੀ। ਉਹ ਵੀ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਹੈਲਥ ਇਸ਼ੂਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ, ਮੈਡੀਕਲ ਫੈਸਿਲਿਟੀਜ਼ ਨੂੰ ਵਧਾਉਣ ਦੀ ਕੋਸ਼ਿਸ਼ ਲੱਗੇ ਨੇ ਤਾਂ ਕਿ ਕੋਵਿਡ ਦੀ ਟੈਸਟਿੰਗ ਵੱਧ ਤੋਂ ਵੱਧ ਹੋ ਸਕੇ, ਸਭ ਤੋਂ ਵੱਧ ਲੋਕਾਂ ਨੂੰ ਰਿਲੀਫ ਮਿਲ ਸਕੇ। ਇਸੇ ਤਰ੍ਹਾਂ ਇੱਕ ਹੋਰ ਇੰਪੈਕਟ ਜਿਹੜਾ ਰਾਜਨੀਤਿਕ ਖੇਤਰ 'ਚ ਦੇਖਣ ਨੂੰ ਮਿਲ ਰਿਹਾ ਹੈ ਉਹ ਹੈ ਕਿ ਅਮਰੀਕਾ ਦੇ ਜਿਹੜਾ ਸੁਪਰ ਪਾਵਰ ਵਾਲਾ ਜਿਹੜਾ ਰੋਲ ਸੀਗਾ ਉਹਨੂੰ ਇੱਕ ਵੱਡਾ ਖਤਰਾ ਹੈ। ਅੱਜ ਅਮਰੀਕਾ ਨੂੰ ਸਾਰਿਆਂ ਤੋਂ, ਚੀਨ ਤੋਂ ਵੀ, ਇੰਡੀਆ ਤੋਂ ਵੀ, ਹੋਰ ਦੂਜੇ ਦੇਸ਼ਾਂ ਤੋਂ ਵੀ ਹੈਲਪ ਮੰਗ ਰਿਹਾ ਹੈ। ਤਾਂ ਇਸ ਤਰ੍ਹਾਂ ਜਿਹੜਾ ਸੁਪਰ ਪਾਵਰ ਸੀ, ਜਿਹੜਾ ਕਿ ਬਾਕੀਆਂ ਨੂੰ ਹੈਲਪ ਦੇਣ ਵਾਲਾ ਖੁਦ ਨੂੰ ਸਮਝਦਾ ਸੀ, ਉਹਨੂੰ ਅੱਜ ਦੂਜਿਆਂ ਤੋਂ ਚੀਜ਼ਾਂ ਮੰਗਣੀਆਂ ਪੈ ਰਹੀਆਂ। ਇਸ ਤਰ੍ਹਾਂ ਉਹਦੇ ਸੁਪਰ ਪਾਵਰ ਵਾਲੇ ਰੋਲ ਨੂੰ ਖਤਰਾ ਹੈ। ਅੱਜ ਸਾਨੂੰ ਇੰਡਸਟਰੀਜ਼ ਨੂੰ, ਜਿਹੜੀਆਂ ਵੀ ਸਾਡੀਆਂ ਇੰਡਸਟਰੀ, ਉਹਨਾਂ ਨੂੰ ਰੀਵੈਂਪ ਕਰਨ ਦੀ ਲੋੜ ਵੱਲ ਧਿਆਨ ਦੇਣ ਦੀ ਲੋੜ ਹੈ। ਰਾਜਨੀਤਿਕ ਵੀ ਇਸ ਖੇਤਰ ਵੱਲ ਨੂੰ ਧਿਆਨ ਦੇਣ ਤਾਂ ਕਿ ਅਸੀਂ ਵਾਤਾਵਰਣ ਨੂੰ ਸਹੀ ਰੂਪ 'ਚ ਮੇਨਟੇਨ ਕਰ ਸਕੀਏ। ਇੰਡੀਆ ਦੇ ਵਿੱਚ ਜੇ ਦੇਖਿਆ ਜਾਏ ਕਿਹੋ ਜਿਹੇ ਰਾਜਨੀਤਿਕ ਇਫੈਕਟ ਪਏ ਨੇ, ਸਭ ਤੋਂ ਪਹਿਲਾਂ ਜਿਹੜਾ ਕਿ ਬੜਾ ਬਰਨਿੰਗ ਮੁੱਦਾ ਸੀ ਕਰੋਨਾ ਦੇ ਆਉਣ ਤੋਂ ਪਹਿਲਾਂ, ਉਹ ਸੀ ਕੈਬ ਦਾ ਮੁੱਦਾ, ਸਿਟੀਜ਼ਨ ਅਮੈਂਡਮੈਂਟ ਬਿੱਲ। ਉਸ ਤੋਂ ਬਾਅਦ CAA ਦਾ ਮੁੱਦਾ, ਸਿਟੀਜ਼ਨ ਅਮੈਂਡਮੈਂਟ ਐਕਟ ਐਂਡ NRC ਦਾ, ਨੈਸ਼ਨਲ ਰਜਿਸਟਰੀ ਆਫ ਸਿਟੀਜ਼ਨ। ਉਹ ਸਾਰੇ ਮੁੱਦੇ ਬੈਕ ਬਰਨਰ ਤੇ ਚਲੇ ਗਏ ਨੇ, ਅੱਜ ਕੋਈ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਉੱਥੇ ਹੁਣ ਅਨਪਲਾਇਮੈਂਟ ਦਾ ਮੁੱਦਾ ਵੀ ਨਹੀਂ ਹੈ, ਮਹਿੰਗਾਈ ਦਾ ਮੁੱਦਾ ਵੀ ਨਹੀਂ, ਗਰੀਬੀ ਦਾ ਵੀ ਮੁੱਦਾ ਨਹੀਂ ਰਿਹਾ ਤੇ ਅਨਪੜ੍ਹਤਾ ਦਾ ਵੀ ਮੁੱਦਾ। ਉਹ ਸਾਰੇ ਹੁਣ ਮੇਨ ਫੋਕਸ ਸਾਡਾ ਸਿਰਫ ਕਰੋਨਾ ਤੇ ਹੈ ਕਿ ਇਸ ਹਾਲਾਤ 'ਚੋਂ ਕਿੱਦਾਂ ਨਿਕਲੀਏ। ਠੀਕ ਹੈ, ਇਸ ਦੇ ਨਾਲ ਨਵੇਂ ਮੁੱਦੇ ਵੀ ਆਏ ਨੇ, ਜਿੱਦਾਂ ਗਰੀਬ ਲੋਕਾਂ ਦੇ ਲਈ, ਜਿਹੜੇ ਡੇਲੀ ਵੇਜ ਅਰਨਰਸ ਦੇ ਲਈ, ਉਹਨਾਂ ਦੇ ਲਈ ਰਾਸ਼ਨ ਪਹੁੰਚਾਉਣਾ। ਉਹਦੇ ਲਈ ਬੜੀਆਂ ਅੱਛੇ ਢੰਗ ਨਾਲ ਕਈ ਜਗ੍ਹਾ ਤੇ ਅਲੱਗ-ਅਲੱਗ ਸੰਸਥਾਵਾਂ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ ਵੀ ਬਹੁਤ ਅੱਛੇ ਉਪਰਾਲੇ ਕੀਤੇ ਜਾ ਰਹੇ ਹੈ। ਪਰ ਇੰਨੀ ਜ਼ਿਆਦਾ ਆਬਾਦੀ ਹੋਣ ਕਰਕੇ ਸ਼ਾਇਦ ਸਾਰਿਆਂ ਤੱਕ ਉਹ ਉਪਰਾਲੇ ਉਨੀ ਈਜ਼ੀ ਪਹੁੰਚ ਪਾਉਣ ਦੇ ਵਿੱਚ ਦਿੱਕਤ ਆ ਰਹੀ ਹੈ। ਔਰ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਨ 'ਚ ਵੀ ਕਈ ਜਗ੍ਹਾ ਦੀ ਦਿੱਕਤ ਆ ਰਹੀ ਹੈ। ਅਲੱਗ-ਅਲੱਗ ਜਗ੍ਹਾ ਦੇ ਹਾਲਾਤ ਅਲੱਗ-ਅਲੱਗ ਨੇ ਔਰ ਕਈ ਜਗ੍ਹਾ ਪੁਲਿਸ ਦੀਆਂ ਜ਼ਿਆਦਤੀਆਂ ਵੀ ਸਾਹਮਣੇ ਆ ਰਹੀਆਂ ਨੇ, ਕਈ ਜਗ੍ਹਾ ਪੁਲਿਸ ਮਦਦ ਕਰਦੀ ਵੀ ਨਜ਼ਰ ਆ ਰਹੀ ਹੈ। ਸੋ ਇਹ ਸਾਰੇ ਜਿਹੜੇ ਰਾਜਨੀਤਿਕ ਲੈਵਲ ਦੇ ਉੱਤੇ ਜੋ ਅਗਵਾਈ ਦਿੱਤੀ ਗਈ ਹੈ, ਜੋ ਸਟੈਪ ਲਏ ਗਏ ਨੇ, ਉਹਨਾਂ ਦੇ ਨਤੀਜੇ ਵਜੋਂ ਅਲੱਗ-ਅਲੱਗ ਦੇਸ਼ਾਂ 'ਚ ਅਲੱਗ-ਅਲੱਗ ਢੰਗਾਂ ਦੇ ਨਾਲ ਇਸ ਮਹਾਮਾਰੀ ਨੂੰ ਨਜਿੱਠਣ ਦੇ ਉਪਰਾਲੇ ਕੀਤੇ ਜਾ ਰਹੇ ਨੇ। ਔਰ ਇੱਕ ਹੋਰ ਜਿਹੜਾ ਮਸਲਾ ਹੈ ਕਿ ਜੋ ਅੱਛੀ ਗੱਲ ਹੈ ਕਿ ਮੈਡੀਕਲ ਕਮਿਊਨਿਟੀ ਦੀ ਯੋਗਦਾਨ ਸਾਡੀ ਸੁਸਾਇਟੀ ਦੇ ਲਈ
ਬਹੁਤ ਵੱਡਾ ਹੈ, ਉਸ ਦੀ ਅਹਿਮੀਅਤ ਨੂੰ ਪਛਾਣਿਆ ਜਾ ਰਿਹਾ ਹੈ ਔਰ ਉਹਨਾਂ ਨੂੰ ਅਸੀਂ ਚੇਅਰ ਵੀ ਕਰ ਰਹੇ ਹਾਂ। ਸਾਰੇ ਲੋਕ ਉਹਨਾਂ ਦੀ ਯੋਗਦਾਨ ਨੂੰ, ਉਹਨਾਂ ਦੀਆਂ ਕੁਰਬਾਨੀਆਂ ਨੂੰ ਇਹ ਸਲਾਮ ਵੀ ਹੈ। ਪਰ ਇਸ ਦੇ ਨਾਲ ਇੱਕ ਹੋਰ ਮੁੱਦਾ ਵੀ ਜੁੜਿਆ ਹੈ ਜਿਹੜਾ ਬਹੁਤ ਵਿਚਾਰਦਾ ਹੈ ਕਿ ਖਾਸ ਕਰਕੇ ਇੰਡੀਆ ਦੇ ਵਿੱਚ ਜਿੱਥੇ ਪ੍ਰਾਈਵੇਟ ਸਹੂਲਤਾਂ ਨੇ, ਉੱਥੇ ਪ੍ਰਾਈਵੇਟ ਹਸਪਤਾਲ ਤੇ ਹੋਰ ਅਦਾਰੇ ਲੋਕਾਂ ਨੂੰ ਸਹੀ ਸੇਵਾਵਾਂ ਦੇਣ ਤੋਂ ਮੁਨਕਰ ਹੋਏ ਦੇਖੇ ਗਏ ਨੇ ਇਸ ਮਹਾਮਾਰੀ ਦੌਰਾਨ, ਜੋ ਬੜੀ ਦੁਖਦਾਈ ਗੱਲ ਹੈ। ਔਰ ਦੂਜੀ ਗੱਲ ਕਿ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇ ਨਾਂ ਤੇ ਜੋ ਲੁੱਟ ਖਸੁੱਟ ਕੀਤੀ ਜਾ ਰਹੀ ਸੀ ਪਿਛਲੇ ਸਮੇਂ ਦੌਰਾਨ, ਤੇ ਹੁਣ ਸੇਵਾਵਾਂ ਨਾ ਦੇ ਕੇ ਉਹਨਾਂ ਨੇ ਕੋਈ ਚੰਗਾ ਨਾਮਣਾ ਨਹੀਂ ਕੱਟਿਆ ਹੈ। ਸੋ ਇਹ ਤਾਂ ਗੱਲਾਂ ਸੀ ਸਾਡੀਆਂ ਰਾਜਨੀਤਿਕ ਵਾਤਾਵਰਣ ਦੀਆਂ। ਹੁਣ ਅਸੀਂ ਕੁਝ ਗੱਲਾਂ ਕਰਨੀਆਂ ਚਾਹਾਂਗੇ ਕਿ ਸਾਨੂੰ ਧਿਆਨ ਰੱਖਣ ਦੀ ਕੀ ਲੋੜ ਹੈ ਇਹੋ ਜਿਹੀ ਮਹਾਮਾਰੀ। ਹਾਂ ਬਿਲਕੁਲ, ਮੈਂ ਉਹੀ ਉੱਥੇ ਹੀ ਆਉਣਾ ਚਾਹੁੰਦਾ ਸੀ ਕਿ ਇਹ ਜਿਹੜਾ ਜੋ ਵਰਤਾਰਾ ਵਰਤ ਰਿਹਾ ਇਹ ਤਾਂ ਅਕਸਰ ਗੱਲਾਂ ਹੁਣ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿ ਪਹਾੜ ਦਿਸ ਪਏ, ਬਰਫ਼ ਦਿਸ ਪਈ, ਜਾਂ ਜਾਨਵਰ ਜਿਹੜੇ ਹੁਣ ਸੜਕਾਂ ਤੇ ਆਰਾਮ ਨਾਲ ਘੁੰਮ ਰਹੇ ਨੇ, ਜਾਂ ਇਹ ਕਹਿ ਲਓ ਕਈ ਜਗ੍ਹਾ ਇਹ ਵੀ ਹੋਇਆ ਕਿ ਲੋਕਾਂ ਨੇ ਪਾਣੀ ਸਾਫ਼ ਹੋਣ ਦੀਆਂ ਗੱਲਾਂ ਵੀ ਕੀਤੀਆਂ ਨੇ। ਸੋ ਡਾਕਟਰ ਸਾਹਿਬ, ਮੈਂ ਇਹ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ ਕਿ ਕੀ ਵਾਕਿਆ ਹੀ ਇਹ ਜਿਹੜਾ ਥੋੜ੍ਹਾ ਚਿਰਾ ਜਿਹੜਾ ਲਾਕਡਾਊਨ ਹੈ, ਹੋ ਸਕਦਾ ਅਗਲੇ 3 ਮਹੀਨੇ ਹੋਰ ਰਵੇ, 6 ਮਹੀਨੇ ਹੋਰ ਰਵੇ, ਕਿ ਇਹਦਾ ਦੂਰ ਅਗਾਮੀ ਲੌਂਗ ਟਰਮ ਇਫੈਕਟ ਜਿਹੜਾ এনवायरमेंट ਤੇ ਪਏਗਾ, ਜਾਂ ਫਿਰ ਦੁਬਾਰਾ ਜਿਹੜੀ ਇਨਸਾਨ ਹੈ, ਮਨੁੱਖ ਹੈ, ਇੱਕ ਦੁਬਾਰਾ ਗਤੀਸ਼ੀਲ ਹੋਏਗਾ? ਕੰਮਾਂ ਕਾਰਾਂ ਦੇ ਲਈ ਹੁਣੇ ਰੌਲੇ ਪੈਣੇ ਸ਼ੁਰੂ ਹੋ ਗਏ ਨੇ ਕਿ ਕੰਮ ਸ਼ੁਰੂ ਹੋਣਗੇ, ਫੈਕਟਰੀਆਂ ਸ਼ੁਰੂ ਹੋਣਗੀਆਂ, ਤੇ ਫਿਰ ਉਹ ਘਾਟਿਆਂ ਦੀ ਗੱਲ ਤੁਸੀਂ ਕਰਕੇ ਹਟੇ ਹੋ, 에ਅਰਲਾਈਨ ਨੂੰ ਘਾਟਾ ਪਿਆ, ਇਸ ਤਰ੍ਹਾਂ ਹੋਰ ਬਹੁਤ ਸਾਰੇ ਘਾਟੇ ਪਏ ਨੇ, ਤੇ ਉਹਨਾਂ ਘਾਟਿਆਂ ਨੂੰ ਪੂਰਾ ਕਰਨ ਲਈ 10 ਗੁਣਾ ਜਾਂ 20 ਗੁਣਾ ਤੇਜ਼ੀ ਦੇ ਨਾਲ ਵੱਧ ਵਿਕਾਸ ਦੇ ਨਾਂ ਦੇ ਉੱਤੇ এনवायरमेंट ਦਾ ਬੇੜਾ ਗਰਕ ਕਰਨ ਦੀਆਂ ਗੱਲਾਂ ਵੀ ਹੋਣਗੀਆਂ। ਸੋ ਇਹਦੇ ਬਾਰੇ ਦੱਸੋ ਕਿ ਵਾਕਈ ਇਹ ਜਿਹੜਾ ਇੰਪੈਕਟ ਹੈ, ਇਹ ਤੋਂ ਕੋਈ ਸੋਝੀ ਲੈਣ ਦੀ, ਅਕਲ ਲੈਣ ਦੀ ਲੋਕਾਂ ਨੂੰ ਲੋੜ ਹੈਗੀ ਹੈ ਕਿ ਬਈ ਏਦਾਂ ਦੇ ਜਿਹੜੇ ਨੇ, ਜੇਕਰ ਤੁਸੀਂ ਘਰੇ ਰਹਿ ਕੇ ਜਾਂ ਗੱਡੀਆਂ ਘੱਟ ਚਲਾ ਕੇ ਕਾਰਬਨ ਡਾਈਆਕਸਾਈਡ ਦੀ ਜਿਹੜੀ ਆ ਉਹ ਦੇਖੋ, ਗੱਡੀਆਂ ਘੱਟ ਚੱਲ ਰਹੀਆਂ ਨੇ ਤੇ ਜਿਹੜੀਆਂ ਓਜ਼ੋਨ ਲੇਅਰ ਨੂੰ ਵੀ ਸ਼ਾਇਦ ਕੁਝ ਸਾਹ ਆਇਆ ਹੋਊਗਾ ਕਿ ਉੱਥੇ ਹੁਣ ਗੈਸਿਸ ਨਹੀਂ ਜਾ ਰਹੀਆਂ। ਸੋ ਮੈਂ ਇਹਦੇ ਬਾਰੇ ਜਾਣਨਾ ਚਾਹਾਂਗਾ ਕਿ ਤੁਹਾਡਾ ਕੀ ਐਕਸਪਰਟ ਵਿਊ ਹੈ ਜੀ ਇਹਦੇ ਬਾਰੇ? ਸਭ ਤੋਂ ਪਹਿਲਾਂ ਤਾਂ ਇਹ ਚਿੰਤਾ ਬਿਲਕੁਲ ਜੋ ਤੁਸੀਂ ਗੱਲ ਕੀਤੀ ਹੈ ਸਾਡੇ ਸਭ ਦੇ ਮਨ ਦੇ ਵਿੱਚ ਹੈ ਕਿ ਜਦੋਂ ਇਹ ਮਹਾਮਾਰੀ ਦਾ ਸਮਾਂ ਜੋ 3 ਮਹੀਨੇ ਜਾਂ 4 ਮਹੀਨੇ ਹੋ ਸਕਦਾ ਹੈ, ਕਿਉਂਕਿ ਇਜ਼ਰਾਈਲ ਤੋਂ ਹੁਣੇ ਹੀ ਖਬਰ ਆਈ ਹੈ ਕਿ ਉਹਨਾਂ ਨੇ ਲਗਭਗ ਜਿਹੜਾ ਵੈਕਸੀਨ ਇਸ ਨੂੰ ਰੋਕਣ ਦੇ ਲਈ, ਇਸ ਮਹਾਮਾਰੀ ਨੂੰ ਰੋਕਣ ਦੇ ਲਈ ਇਲਾਜ ਜਿਹੜਾ ਆਲਮੋਸਟ ਲੱਭ ਲਿਆ ਹੈ। ਤੇ ਜੇ ਆਉਣ ਵਾਲੇ ਮਹੀਨੇ ਜਾਂ 15 ਦਿਨਾਂ ਦੇ ਵਿੱਚ ਇਹ ਚੀਜ਼ ਸਹੀ ਸਾਬਤ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ 3-4 ਮਹੀਨਿਆਂ ਦੇ ਵਿੱਚ ਹਾਲਾਤ ਪੂਰੇ ਵਰਲਡ ਦੇ ਵਿੱਚ ਸੁਧਰ ਜਾਣ ਤੇ ਸਾਡੀ ਇਸ ਮਹਾਮਾਰੀ ਤੋਂ ਨਿਜਾਤ ਪਾ ਲਈਏ। ਇਹਦੇ ਵਿੱਚ ਜਦੋਂ ਅਸੀਂ ਰੋਕਥਾਮ ਕਰ ਰਹੇ ਹਾਂ ਤਾਂ ਫਲੈਟਨਿੰਗ ਦੀ ਕਰਵ ਜਿਹੜੀ ਗੱਲ ਉੱਠੀ ਹੈ, ਇਹ ਪ੍ਰੋਐਕਟਿਵ ਮੈਥਡ ਹੈ, ਬਹੁਤ ਅੱਛਾ ਮੈਥਡ ਹੈ, ਤਾਂ ਕਿ ਘੱਟ ਲੋਕ ਐਕਸਪੋਜ਼ ਹੋਣ ਔਰ ਸਿਹਤ ਸੇਵਾਵਾਂ ਦੇ ਉੱਤੇ ਘੱਟ ਰਸ਼ ਪਵੇ। ਬੇਸ਼ੱਕ ਫਲੈਟਨਿੰਗ ਦੀ ਕਰਵ ਨਾਲ ਵੀ ਉਨੇ ਹੀ ਲੋਕ ਬਿਮਾਰ ਹੋਣੇ ਨੇ ਜਿੰਨੇ ਨਾਨ ਫਲੈਟਨਿੰਗ ਦੀ, ਪਰ ਉਹਦਾ ਅਰਸਾ ਵੱਧ ਜਾਏਗਾ, ਉਸਦੇ ਨਾਲ ਅਸੀਂ ਉਹਨਾਂ ਨੂੰ ਸੇਵਾਵਾਂ ਦੇ ਸਕਾਂਗੇ। ਇਹ ਅੱਛੀ ਗੱਲ ਹੈ। ਵੈਕਸੀਨ ਦੀ ਪੂਰੇ ਜ਼ੋਰ ਸ਼ੋਰ ਨਾਲ ਖੋਜ ਹੋ ਰਹੀ ਆ ਔਰ ਉਹਦੇ ਬੜੇ ਅੱਛੇ ਨਤੀਜੇ ਵੀ ਆ ਰਹੇ ਨੇ ਔਰ ਜਲਦੀ ਆਸ ਹੈ ਕਿ ਅਸੀਂ ਇਲਾਜ ਲੱਭ ਲਾਂਗੇ। ਇਹ ਬਹੁਤ ਅੱਛਾ ਕੰਮ ਇਹਦੀ ਰੋਕਥਾਮ ਲਈ ਹੋ ਰਿਹਾ ਹੈ। ਸਿਹਤ ਸੇਵਾਵਾਂ ਦੇ ਵਿੱਚ ਸੁਧਾਰ ਹੋ ਗਿਆ। ਹਸਪਤਾਲਾਂ ਦੀ ਲੁੱਟ ਤੇ ਬੰਦਿਸ਼ ਲਾਉਣ ਦੀ ਲੋੜ ਹੈ। ਹੈਲਥ ਸੈਕਟਰ ਨੂੰ ਜ਼ਿਆਦਾ ਉਪਕਰਨ ਉਪਲਬਧ ਕਰਾਉਣ ਦੀ ਲੋੜ ਹੈ। ਪਰ ਨਾਲ ਹੀ ਜਿਹੜੀ ਚਿੰਤਾ ਤੁਸੀਂ ਦਰਸਾਈ ਹੈ ਕਿ ਕੀ ਜਦੋਂ ਅਸੀਂ ਰਿਜ਼ਰਵੇਸ਼ਨ ਹੋਣੀ ਹੈ ਇਕਨੋਮੀ ਦੀ, ਜਾਂ ਜਦੋਂ ਇਹ ਮਹਾਮਾਰੀ ਖਤਮ ਹੋ ਜਾਣੀ ਹੈ ਤਾਂ ਕੀ ਅਸੀਂ ਦੁਬਾਰਾ ਤਾਂ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਪ੍ਰਦੂਸ਼ਣ ਤਾਂ ਨਹੀਂ ਪੈਦਾ ਕਰਦੇ? ਇਹ ਸ਼ੰਕਾ ਹੈ ਔਰ ਇਹ ਜਾਇਜ਼ ਸ਼ੰਕਾ ਵੀ ਹੈ। ਇਸ ਦੇ ਲਈ ਸਾਨੂੰ ਚੇਤਨ ਹੋਣ ਦੀ ਲੋੜ ਹੈ। ਇਸ ਦੇ ਲਈ ਸਾਨੂੰ ਪਾਲਿਸੀ ਮੇਕਰਸ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਰੱਖਣਾ ਪਏਗਾ ਤਾਂ ਕਿ ਇਹੋ ਜਿਹੇ ਲਾਅ, ਇਹੋ ਜਿਹੀਆਂ ਨੀਤੀਆਂ ਬਣਾਈਆਂ ਜਾਣ ਤਾਂ ਕਿ ਜਦੋਂ ਦੁਬਾਰਾ ਇਕਨੋਮਿਕ ਐਕਟੀਵਿਟੀ ਪੂਰੇ ਜ਼ੋਰ ਸ਼ੋਰ ਨਾਲ ਚੱਲੇ ਤਾਂ ਵਾਤਾਵਰਣ ਦੇ ਵਿਗਾੜ ਦੇ ਸੰਬੰਧ ਵਿੱਚ ਘੱਟ ਤੋਂ ਘੱਟ ਵਿਗਾੜ ਹੋ ਸਕੇ। ਵਾਤਾਵਰਣੀ ਸੁਰੱਖਿਆ ਦੀ ਲੋੜ ਹੈ। ਇਸ ਦੇ ਲਈ ਜਿਹੜੇ ਯੂਨਾਈਟਿਡ ਨੇਸ਼ਨਸ ਨੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੱਸੇ ਨੇ, ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ। ਸਾਰੇ ਰਾਜਨੀਤਿਕਾਂ ਨੂੰ ਉਹਨਾਂ ਗੋਲਸ ਨੂੰ ਧਿਆਨ 'ਚ ਰੱਖਦੇ ਹੋਏ ਨੀਤੀਆਂ ਬਣਾਉਣ ਦੀ ਲੋੜ ਹੈ।
ਇਹਦੇ ਲਈ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ ਇੰਟਰਡਿਪੈਂਡੈਂਸ ਹੈ, ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਕਰੋਨਾ ਨੇ ਵੀ ਸਾਨੂੰ ਦੱਸਿਆ ਕਿ ਇੱਕ ਬੰਦਾ ਬਿਮਾਰ ਹੋ ਜਾਏ ਤੇ ਨਾਲ ਜਿਹੜੇ ਸੰਪਰਕ ਚ ਆਉਂਦੇ ਆ ਬਾਕੀ ਵੀ ਬਿਮਾਰ ਹੋ ਜਾਂਦੇ। ਜੇ ਬਿਮਾਰੀ ਚ ਵੀ ਅਸੀਂ ਇੰਟਰਡਿਪੈਂਡੈਂਟ ਹੈ ਤੇ ਅਸੀਂ ਬਾਕੀ ਕੰਮਾਂ ਚ ਵੀ ਇੰਟਰਡਿਪੈਂਡੈਂਟ ਹੈ। ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਤੇ ਲੋਕਡਾਊਨ ਜਿਹੜਾ ਹੈ ਉਹਦੇ ਵਿੱਚ ਖਾਸ ਕਰਕੇ ਜਿਹੜੇ ਰਿਲੀਜੀਅਸ ਸਪੀਅਰ ਦੇ ਬੰਦੇ ਨੇ, ਲੀਡਰ ਨੇ, ਧਾਰਮਿਕ ਲੀਡਰ ਨੇ, ਉਹਨਾਂ ਨੂੰ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਲੋਕਾਂ ਦੇ ਇਕੱਠ ਨੂੰ ਨਾ ਹੋਣ ਦਿੱਤਾ ਜਾਏ, ਜਿਹਦੇ ਨਾਲ ਨਾ ਤਾਂ ਬਿਮਾਰੀ ਵਧੇ, ਨਾਲੇ ਉੱਥੇ ਉਹ ਚੰਗਾ ਸੁਨੇਹਾ ਵੀ ਦੇਣ ਕਿ ਵਾਤਾਵਰਣ ਨੂੰ ਅਸੀਂ ਮੇਨਟੇਨ ਕਰਨ ਦੇ ਲਈ ਜ਼ਿਆਦਾ ਦਰਖਤ ਲਗਾਏ ਜਾਣ। ਹੋਰ ਜਿਹੜਾ ਇੰਡੀਵਿਜੂਅਲ ਲੈਵਲ ਤੇ ਅਸੀਂ ਜੋ ਐਕਟੀਵਿਟੀ ਕਰ ਸਕਦੇ ਹਾਂ, ਜਿਹੜੀਆਂ ਕਿ ਜਿਹਦੇ ਬਾਰੇ ਬਹੁਤ ਸਾਰਾ ਹੈ ਕਿ ਅਸੀਂ ਰੀਸਾਈਕਲ ਕਰੀਏ ਚੀਜ਼ਾਂ, ਰੀਯੂਜ਼ ਕਰੀਏ, ਰਿਡਿਊਸ ਕਰੀਏ ਆਪਣੀ ਕੰਜ਼ੰਪਸ਼ਨ, ਉਹ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਤੇ ਸਾਨੂੰ ਇਸ ਦੇ ਨਾਲ ਹੀ ਇੱਕ ਬਹੁਤ ਹੀ ਇੰਟਰਸਟਿੰਗ ਗੱਲ ਸਾਡੇ ਸਾਹਮਣੇ ਆਈ ਹੈ ਕਿ ਕਰੋਨਾ ਬਿਮਾਰੀ ਦੇ ਸੰਬੰਧਿਤ ਇੱਕ ਫੇਸਬੁੱਕ ਦੇ ਉੱਤੇ ਬਿਲ ਗੇਟਸ ਦੇ ਨਾਂ ਦੇ ਉੱਤੇ ਇੱਕ ਲੈਟਰ ਚੱਲਿਆ ਸੀ। ਬਾਅਦ ਵਿੱਚ ਉਹ ਪਤਾ ਲੱਗਿਆ ਕਿ ਉਹ ਬਿਲ ਗੇਟਸ ਉਹਨਾਂ ਨੇ ਨਹੀਂ ਲਿਖਿਆ, ਪਰ ਚਲੋ ਉਸ ਦੇ ਵਿੱਚ ਕੁਝ ਗੱਲਾਂ ਬਹੁਤ ਪਿਆਰੀਆਂ ਕੀਤੀਆਂ ਗਈਆਂ ਸੀ। ਉਹ ਲੈਟਰ ਦੀਆਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਔਰ ਉਹ ਦੱਸਣਾ ਚਾਹਾਂਗੇ ਕਿ ਗੁਰਬਾਣੀ ਸਾਨੂੰ ਪਹਿਲਾਂ ਇਹਨਾਂ ਗੱਲਾਂ ਬਾਰੇ ਦੱਸ ਰਹੀ ਹੈ ਔਰ ਅਸੀਂ ਖੁਦ ਚੇਤਨ ਨਾ ਹੋਣ ਕਰਕੇ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰ ਰਹੇ, ਜਿਹਦੀ ਵਜ੍ਹਾ ਕਰਕੇ ਅੱਜ ਅਸੀਂ ਇਸ ਮਹਾਮਾਰੀ ਦਾ ਤੇ ਅਜਿਹੀਆਂ ਹੋਰ ਅਲੱਗ-ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਸਮਿਆਂ ਤੇ ਐਪੀਡੈਮਿਕਸ ਆਉਂਦੇ ਰਹੇ ਨੇ ਤੇ ਵਾਪਰਦੇ ਰਹੇ ਨੇ, ਤੇ ਉਹ ਅਸੀਂ ਉਹਨਾਂ ਦਾ ਸ਼ਿਕਾਰ ਇਸੇ ਕਰਕੇ ਹੁੰਦੇ। ਸਭ ਤੋਂ ਪਹਿਲਾਂ ਤਾਂ ਕਰੋਨਾ ਨੇ ਸਾਨੂੰ ਦੱਸਿਆ ਕਿ ਅਸੀਂ ਸਾਰੇ ਬਰਾਬਰ ਹਾਂ ਭਾਈ। ਕਰੋਨਾ ਇੱਕ ਬਿਮਾਰੀ ਜਿਹੜੀ ਹੈ ਗਰੀਬ ਨੂੰ ਵੀ ਹੈ, ਅਮੀਰ ਨੂੰ ਵੀ ਹੁੰਦੀ ਹੈ, ਵੱਡੇ ਨੂੰ ਵੀ ਹੈ ਤੇ ਛੋਟੇ ਨੂੰ ਵੀ ਹੈ। ਬਿਲਕੁਲ, ਇਹ ਕਿਸੇ ਜਾਤ ਦਾ ਫਰਕ ਨਹੀਂ, ਕਿਸੇ ਧਰਮ ਦਾ ਫਰਕ ਨਹੀਂ, ਤੇ ਜਿਹਨੂੰ ਟੱਕਰ ਗਿਆ ਉਹ ਬਿਮਾਰ ਹੋ ਜਾਂਦਾ। ਤੇ ਗੁਰਬਾਣੀ 'ਚ ਕਥਨ ਹੈ ਭਗਤ ਪੀਪਾ ਜੀ ਦਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜੋ ਆਲੇ ਦੁਆਲੇ ਸਾਡੇ ਹੈ ਉਹ ਸਾਡੇ ਅੰਦਰ ਵੀ ਹੈ। ਕਹਿਣ ਦਾ ਭਾਵ ਇਹ ਹੈ ਕਿ ਅਸੀਂ ਵਾਤਾਵਰਣ ਦੇ ਸਾਰੇ ਅੰਗਾਂ ਨਾਲ ਜੁੜੇ ਹੋਏ ਹਾਂ, ਉਸ ਤੋਂ ਅਲੱਗ ਨਹੀਂ ਹਾਂ। ਇਸੇ ਤਰ੍ਹਾਂ ਅਸੀਂ ਵਾਤਾਵਰਣ ਦੇ ਅਲੱਗ ਅੰਗ ਦੇ ਤੌਰ ਤੇ ਦੂਜੇ ਮਨੁੱਖਾਂ ਨਾਲ ਵੀ ਜੁੜੇ ਹੋਏ ਹਾਂ, ਦੂਜੇ ਦੇਸ਼ਾਂ ਦੇ ਲੋਕਾਂ ਨਾਲ ਵੀ ਜੁੜੇ ਹੋਏ ਹਾਂ। ਤੇ ਗੁਰਬਾਣੀ ਤਾਂ ਬਹੁਤ ਕਲੀਅਰਲੀ ਦੱਸਦੀ ਹੈ, ਸਭੇ ਸਾਂਝੀ ਵਾਲ ਸਦਾਇਣ, ਕੋਈ ਨਾ ਦਿਸੇ ਬਾਹਰ ਹਜੀ। ਸਾਰੇ ਅਸੀਂ ਸਾਂਝੀ ਵਾਲ ਹਾਂ। ਇਸ ਪਲੈਨਟ ਦੇ ਉੱਤੇ ਜੋ ਵੀ ਰਿਸੋਰਸਿਸ ਹੈ, ਜੋ ਵੀ ਅਸੀਂ ਯੋਗਦਾਨ ਪਾਉਂਦੇ ਹਾਂ ਆਪਣੀ ਐਕਟੀਵਿਟੀ ਦੇ ਰਾਹੀਂ, ਉਹ ਸਾਰਿਆਂ ਤੇ ਉਹ ਅਸਰ ਪਾਉਂਦਾ ਹੈ। ਰਿਸੋਰਸਿਸ ਜਿਹੜੇ ਸਾਡੇ ਆਪਣੇ ਨੇ, ਸਾਰਿਆਂ ਦੇ ਸਾਂਝੇ ਨੇ, ਸਾਰੇ ਸਾਂਝੀ ਵਾਲ ਨੇ, ਇੱਕ ਦੂਜੇ ਨਾਲ ਜੁੜੇ ਨੇ, ਇੰਟਰਕਨੈਕਟਡ ਨੇ ਔਰ ਸਾਰੇ ਬਰਾਬਰ ਵੀ ਨੇ। ਗੁਰਬਾਣੀ ਨੇ ਇੱਕ ਪਿਤਾ ਇੱਕ ਸਕੇ ਹਮ ਬਾਰ, ਜਦ ਅਸੀਂ ਇੱਕੋ ਕ੍ਰੀਏਟਰ ਉਸ ਪਰਮਾਤਮਾ ਦੇ ਬੱਚੇ ਆ ਤੇ ਸਾਰੇ ਬਰਾਬਰ। ਤੇ ਇਹ ਗੁਰਬਾਣੀ ਦੇ ਇਹ ਦੋਨੋਂ ਗੁਣ ਕੇ ਇਕੁਅਲ ਐਂਡ ਇੰਟਰਕਨੈਕਟਡ ਕਰੋਨਾ ਨੇ ਵੀ ਸਾਬਿਤ ਕੀਤਾ, ਤੇ ਗੁਰਬਾਣੀ ਤਾਂ ਸਾਨੂੰ ਪਹਿਲਾਂ ਦੀ ਦੱਸ ਪਾਉਂਦੀ ਹੈ ਤੇ ਉਹ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਇਸੇ ਤਰ੍ਹਾਂ ਕੇਅਰ ਫਾਰ ਹੈਲਥ ਦੀ ਬਹੁਤ ਗੱਲ ਹੋਈ ਜਦੋਂ ਕਰੋਨਾ ਮਹਾਮਾਰੀ ਆਈ ਹੈ, ਵੀ ਚੰਗਾ ਸਾਫ਼ ਸੁਥਰਾ ਖਾਣਾ ਖਾਣਾ ਤੇ ਮਿਲਾਵਟ ਵਾਲਾ ਨਹੀਂ ਖਾਣਾ। ਬਹੁਤ ਸਾਰੇ ਦੇਸ਼ਾਂ 'ਚ ਖਾਇਆ। ਅਸੀਂ ਭਾਗਾਂ ਵਾਲੇ ਹਾਂ ਕਿ ਅਸੀਂ ਕੈਨੇਡਾ ਵਰਗੇ ਅਗਾਂਹ ਵਧੂ ਦੇਸ਼ 'ਚ ਜਿੱਥੇ ਖਾਣ ਪੀਣ ਦੀਆਂ ਚੀਜ਼ਾਂ ਦੇ ਹੋਰ ਜੀਵਨ ਦੇ ਬਾਕੀ ਸਤਰਾਂ ਤੇ ਵੀ ਬਹੁਤ ਅੱਛੇ ਢੰਗ ਦੇ ਨਾਲ ਸਾਨੂੰ ਸੁਵਿਧਾ ਪ੍ਰਾਪਤ ਨੇ, ਪਰ ਕਈ ਦੇਸ਼ਾਂ ਦੇ ਵਿੱਚ ਖਾਣਿਆਂ ਦੇ ਵਿੱਚ ਮਿਲਾਵਟ ਹੈ। ਤਾਂ ਇਹ ਗੁਰਬਾਣੀ ਵੀ ਸਾਨੂੰ ਇਹ ਮੈਸੇਜ ਦਿੰਦੀ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਏ, ਮਨ ਮੇ ਚਲੇ ਬਕਾਰ। ਸੋ ਇਹੋ ਜਿਹਾ ਖਾਣਾ ਨਹੀਂ ਖਾਣਾ ਜਿਹਦੇ ਨਾਲ ਬਿਮਾਰ ਹੋਵੋ। ਸਾਫ ਸੁਥਰਾ ਖਾਣਾ, ਮਿਲਾਵਟ ਤੋਂ ਫਰੀ ਖਾਣਾ, ਇਹ ਕਰੋਨਾ ਵੀ ਸਾਨੂੰ ਦੱਸਦਾ ਤੇ ਗੁਰਬਾਣੀ ਨੇ ਤਾਂ ਸਾਨੂੰ ਪਹਿਲਾਂ ਦੱਸਿਆ ਹੈ। ਇਸੇ ਤਰ੍ਹਾਂ ਇੱਕ ਕਰੋਨਾ ਨੇ ਸਾਨੂੰ ਇੱਕ ਹੋਰ ਗੱਲ ਦੱਸੀ, ਸ਼ਾਰਟਨੈਸ ਆਫ ਲਾਈਫ। ਥੋੜ੍ਹੀ ਚਿਰੀ ਹੈ ਜ਼ਿੰਦਗੀ। ਜਦੋਂ ਬਿਮਾਰ ਹੋ ਜਾਂਦੇ, ਬਹੁਤ ਸਾਰੇ ਡੈਥਸ ਹੋਈਆਂ ਨੇ, ਮਾੜੀ ਗੱਲ ਹੈ, ਪਰ ਜ਼ਿੰਦਗੀ ਦਾ ਇਹ ਵੀ ਸੱਚ ਹੈ ਕਿ ਕਰੋਨਾ ਦੀ ਮਹਾਮਾਰੀ ਨੇ ਬਹੁਤ ਸਾਰੇ ਲੋਕਾਂ ਦੀਆਂ ਜੜੀਆਂ ਜਾਨਾਂ ਲਈਆਂ। ਤੇ ਗੁਰਬਾਣੀ ਸਾਨੂੰ ਇਸ ਦੇ ਬਾਰੇ ਪਹਿਲਾਂ ਦੱਸਦੀ ਹੈ, ਕੋ ਨਾਨਕ ਫਿਰ ਕੁਛ ਨਹੀਂ, ਸੁਪਨੇ ਜਿਉ ਸੰਸਾਰ। ਜੇ ਅਸੀਂ ਇਹ ਗੱਲ ਨੂੰ ਯਾਦ ਰੱਖੀਏ ਗੁਰਬਾਣੀ ਦੀ, ਕਿ ਇਹ ਜ਼ਿੰਦਗੀ ਥੋੜ੍ਹੀ ਹੈ। ਅਸੀਂ ਜਿਹੜੀਆਂ ਨੱਠ ਭੱਜ ਦੇ ਵਿੱਚ, ਮਾਇਆ ਇਕੱਠੀ ਕਰਨ ਦੇ ਵਿੱਚ, ਵੱਡੇ ਵੱਡੇ ਘਰ ਲੈਣ 'ਚ, ਵੱਡੀਆਂ ਵੱਡੀਆਂ ਕਾਰਾਂ ਦੀ ਦੌੜ 'ਚ ਲੱਗੇ ਆ, ਇੱਕ ਦੂਜੇ ਨਾਲ ਕੰਪੈਰੀਜ਼ਨ 'ਚ ਲੱਗੇ ਆ, ਸਭ ਕੁਝ ਛੱਡ ਕੇ ਚਲੇ ਜਾਣਾ। ਜਿਹੜੇ ਏਡੇ ਏਡੇ ਮਹਾਂਪੁਰਸ਼ ਛੱਡ ਕੇ ਚਲੇ ਗਏ, ਸਿਕੰਦਰ ਵਰਗੇ ਚਲੇ ਗਏ, ਤੇ
ਜਿਹੜਾ ਨੇ ਜ਼ਿੰਦਗੀ ਜਿਹੜੀ ਦੁਨੀਆ ਜਿੱਤਣ ਦੀ ਕਸਮ ਖਾਧੀ ਸੀ, ਉਹ ਇਹ ਸਾਰੇ ਜਿਹੜੇ ਮਾਇਆ ਦੇ ਭੰਡਾਰ ਇਕੱਠੇ ਕਰਨ ਦੇ ਨਾਲੋਂ ਅਗਰ ਅਸੀਂ ਕਿਸੇ ਹੋਰਾਂ ਦੀ ਜ਼ਿੰਦਗੀ ਨੂੰ ਰਸਤਾ ਦਿਖਾ ਸਕਦੇ ਹਾਂ, ਮਦਦ ਕਰ ਸਕਦੇ ਹਾਂ, ਗਰੀਬ ਦੀ ਮਦਦ ਕਰ ਸਕਦੇ ਹਾਂ, ਜੋ ਗੁਰਬਾਣੀ ਦੱਸਦੀ ਹੈ ਬਾਰ-ਬਾਰ, ਤਾਂ ਉਸ ਦੇ ਨਾਲ ਅਸੀਂ ਆਪਣਾ ਜੀਵਨ ਸਫਲ ਕਰ ਰਹੇ ਹੋਵਾਂਗੇ। ਗੁਰਬਾਣੀ 'ਚ ਇਹ ਵੀ ਹੈ, ਏਕ ਰਹਿਣ ਕੇ ਪਹੁੰਚ ਤੁਮ ਆਏ, ਬਹੁ ਜੁਗ ਆਸ ਵਧਾਏ। ਆਇਆ ਤਾਂ ਜ਼ਿੰਦਗੀ ਦਾ ਅਰਸਾ ਮਨੁੱਖ ਦਾ ਵੱਧ ਤੋਂ ਵੱਧ ਕਿੰਨਾ ਹੈ, 80, 90, 100 ਸਾਲ, ਤੇ ਉਸ ਤੋਂ ਬਾਅਦ ਚਲੇ ਜਾਂਦਾ ਹੈ। ਪਰ ਉਹ ਇੰਨੇ ਅੰਬਾਰ ਇਕੱਠੇ ਕਰਕੇ ਕਿ ਮੇਰੀਆਂ 7 ਪੁਸ਼ਤਾਂ ਤੱਕ ਦੇ ਜਿਹੜੇ ਲੱਗੇ ਉਹਨੇ ਇਕੱਠੇ ਕਰਨ, ਉਹ ਉਸ ਤਰ੍ਹਾਂ ਦੀ ਸੋਚ ਤੋਂ ਬਚਣਾ ਚਾਹੀਦਾ ਹੈਗਾ, ਜਿਹੜੀ ਹੋਰਡਿੰਗ ਨਹੀਂ ਕਰਨੀ। ਲੋਕਾਂ ਦੀ ਮਦਦ ਦੇ ਨਾਲ, ਜਿਹੜਾ ਲੋੜਵੰਦ ਹੈ ਉਸ ਦੀ ਮਦਦ ਕਰਨ ਦੇ ਨਾਲ ਜਿਹੜਾ ਜੋ ਸ਼ਾਂਤੀ ਆਤਮਿਕ ਤੌਰ ਤੇ ਮਿਲਦੀ ਹੈ, ਗੁਰਬਾਣੀ ਦੱਸਦੀ ਹੈ ਕਿ ਉਹ ਹੀ ਸਾਡੀ ਅਸਲ ਪ੍ਰਾਪਤੀ। ਹੁਣ ਦੂਜੀ ਗੱਲ ਹੈਗੀ ਕਿ ਕੋਰੋਨਾ ਨੇ ਇੱਕ ਹੋਰ ਗੱਲ ਵੀ ਦੱਸੀ ਸਾਨੂੰ ਕਿ ਵੀ ਸ਼ੁੱਡ ਹੈਵ ਕੰਪੈਸ਼ਨ ਫਾਰ ਅਦਰਸ। ਹੁਣ ਕਹਿ ਰਹੇ ਨਾ ਕਿ ਜਦੋਂ ਅਸੀਂ ਇਸ ਲੋਕਡਾਊਨ ਦੇ ਵਿੱਚ ਬੰਦ ਆ, ਤੇ ਇਹ ਅਕਾਲਤਾ ਵਿੱਚ ਕਈ ਬਜ਼ੁਰਗ ਸਾਡੇ ਨੇੜੇ ਤੇੜੇ ਉਹ ਇਕੱਲੇ ਨੇ, ਉਹਨਾਂ ਦਾ ਪਰਿਵਾਰ ਦੇ ਹੋਰ ਬੱਚੇ ਦੂਰ ਕਿਤੇ ਨੌਕਰੀਆਂ ਕਰਦੇ, ਉਹ ਇਕੱਲੇ ਨੇ। ਅਸੀਂ ਉਹਨਾਂ ਦੀ ਮਦਦ ਕਰ ਸਕਦੇ, ਕੋਈ ਉਹਨਾਂ ਨੂੰ ਜਾ ਕੇ ਕਿਤਾਬ ਪੜ੍ਹ ਕੇ ਸੁਣਾ ਸਕਦਾ ਹੈ, ਕੋਈ ਹੋਰ ਕਿਸੇ ਢੰਗ ਨਾਲ ਉਹਨਾਂ ਨੂੰ ਦਵਾਈ ਲਿਆ ਸਕਦਾ, ਜਾਂ ਉਹਨਾਂ ਨੂੰ ਖਾਣਾ ਪ੍ਰੋਵਾਈਡ ਕਰ ਸਕਦਾ। ਉਹ ਜਿਹੜਾ ਹੈ that is the true work, compassion for other, care for other। ਤੇ ਗੁਰਬਾਣੀ ਜੀ ਸਾਨੂੰ ਇਹ ਗੱਲ ਬਹੁਤ ਪਹਿਲਾਂ ਦੱਸ, ਸਤ ਸੰਤੋਖ ਦਇਆ ਧਰਮ ਸਿਗਾਰ ਬਣਾਓ। ਕੰਪੈਸ਼ਨ, ਤੁਹਾਡੇ ਪੇਸ਼ੈਂਸ ਹੋਣਾ ਚਾਹੀਦਾ, ਟਰੂਥਫੁਲਨੈਸ ਹੋਣੀ ਚਾਹੀਦੀ ਹੈ, ਕੰਪੈਸ਼ਨ ਹੋਣਾ ਚਾਹੀਦਾ, ਤੇ ਰਾਈਟੀਅਸਨੈਸ ਹੋਣੀ ਚਾਹੀਦੀ। ਇਹ ਤੁਹਾਡੇ ਜੀਵਨ ਦਾ ਜਿਹੜਾ ਸ਼ਿੰਗਾਰ ਹੋਣੇ ਚਾਹੀਦੇ ਆ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਜੇ ਤੁਸੀਂ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਦੂਜਿਆਂ ਨਾਲ ਸ਼ੇਅਰ ਕਰਦੇ ਆ, ਹੈਲਪ ਕਰਦੇ ਆ, ਤਾਂ ਉਹ ਹੀ ਸਫਲ ਜੀਵਨ ਦਾ ਆਧਾਰ ਹੈ। ਇਹ ਗੁਰਬਾਣੀ ਦਾ ਕਥਨ ਹੈ। ਹੋਰ ਤੇ ਹੋਰ ਸਾਨੂੰ ਇਸਨੇ ਕਰੋਨਾ ਨੇ ਇੱਕ ਹੋਰ ਗੱਲ ਦੱਸੀ, ਕੀਪ ਦਾ ਈਗੋ ਇਨ ਦਾ ਚੈੱਕ। ਜਿਹੜਾ ਮੈਂ ਜਾਂ ਹੰਕਾਰ ਹੈ, ਉਸ ਤੋਂ ਬਚਣਾ ਹੈ। ਅੱਜ ਉਹ ਸਾਡੀਆਂ BMW, ਲੈਕਸਿਸ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਵੱਡੀਆਂ ਵੱਡੀਆਂ ਕਾਰਾਂ ਅੱਜ ਖੜੀਆਂ ਨੇ, ਅੱਜ ਅਸੀਂ ਉਹਨਾਂ ਨੂੰ ਚਲਾਉਣ ਤੋਂ ਵੀ ਅਸਮਰਥ ਹਾਂ। ਬਿਲਕੁਲ ਅੱਜ ਅਸੀਂ ਇਹ ਮਹਾਮਾਰੀ ਕਰਕੇ, ਤਾਂ ਉਹ ਸਾਰੀਆਂ ਇਕੱਠੀਆਂ ਕਰਨ ਦਾ ਠੀਕ ਹੈ, ਮਨ ਦੀ ਤਸੱਲੀ ਲਈ ਇਨਸਾਨ ਕਰਦਾ ਹੈ, ਪਰ ਉਹ ਸਾਡੀ ਜ਼ਿੰਦਗੀ ਦਾ ਮਕਸਦ ਨਹੀਂ ਹੋਣਾ ਚਾਹੀਦਾ। ਤੇ ਉਹ ਈਗੋ ਨੂੰ ਵਧਾਉਣ ਦੇ ਲਈ ਹੈ। ਜੇ ਮੇਰਾ ਘਰ ਦੂਜੇ ਨਾਲ ਵੱਡਾ, ਉਹ ਵੀ ਜਿੰਨੀ ਕੁ ਲੋੜ ਹੈ ਉਨਾ ਕੁ ਚਾਹੀਦਾ, ਉਸ ਤੋਂ ਵੱਧ ਚਾਹੀਦਾ ਨਹੀਂ। ਤੇ ਗੁਰਬਾਣੀ ਸਾਨੂੰ ਕਹਿੰਦੀ ਹੈ, ਹਾਂ ਕਰਤੀ ਸਭ ਮੁਈ ਸੰਪੋ ਕਿਸੇ ਨਾ ਕੇ ਨਾਲ ਜੀ, ਇਹਨਾਂ ਨਾਲ। ਤੋ ਅਸੀਂ ਸਾਰੇ ਈਗੋ ਦੇ ਵਿੱਚ ਆ ਵੀ ਇਕੱਠਾ ਕਰ ਲਈਏ, ਆ ਵੀ ਲੈ ਲਈਏ, ਉਹ ਵੀ ਕਰ ਲਈਏ, ਤੇ ਪਰ ਇਹ ਨਾਲ ਨਹੀਂ ਜਾਂਦੇ। ਡਾਕਟਰ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ, ਔਰ ਇਹ ਚੀਜ਼ਾਂ ਗੁਰਬਾਣੀ ਸਾਨੂੰ ਰੋਜ਼ਾਨਾ ਬੇਸਿਸ ਦੇ ਉੱਤੇ ਸਿਖਾਉਂਦੀ ਹੈ, ਦੱਸਦੀ ਹੈ। ਲੇਕਿਨ ਫਿਰ ਵੀ ਜਿਹੜਾ ਇਨਸਾਨ ਹੈ ਜੀ, ਉਹ ਉਸੇ ਦੌੜ ਦੇ ਵਿੱਚ ਲੱਗਿਆ ਰਹਿੰਦਾ। ਔਰ ਮੇਰੇ ਖਿਆਲ ਦੇ ਵਿੱਚ ਲੈਸਨ ਲਰਨ ਕਰਨ ਵਾਲੀਆਂ ਘੜੀਆਂ ਨੇ ਇਹਨਾਂ ਸਮਿਆਂ 'ਚ, ਜਦੋਂ ਤੁਸੀਂ ਘਰ ਦੇ ਦਰਵਾਜ਼ੇ ਤੋਂ ਬਾਹਰ ਬਿਨਾਂ ਲੋੜ ਤੋਂ ਨਹੀਂ ਜਾ ਸਕਦੇ। ਦੁਨੀਆ ਭਰ ਦੇ ਵਿੱਚ ਪਾਪੂਲੇਸ਼ਨ ਦਾ, ਵਰਲਡ ਦੀ ਜੇਕਰ ਸਾਰੀ ਪਾਪੂਲੇਸ਼ਨ ਦੇਖੀਏ, ਉਹਦਾ 70% ਲੋਕਡਾਊਨ ਦਾ ਦੇ ਵਿੱਚ ਰਿਹਾ ਹੈ ਐਟ ਵਨ ਗਿਵਨ ਟਾਈਮ। ਮੈਂ ਜਿਹੜੀਆਂ ਗੁਰਬਾਣੀ ਦੀਆਂ ਗੱਲਾਂ ਜਾਂ ਆਈਡੀਓਲੋਜੀ ਦੀਆਂ ਗੱਲਾਂ ਜਾਂ ਚੰਗੇ ਉਹਦੀਆਂ ਗੱਲਾਂ, ਉਹਨਾਂ ਨੂੰ ਹੁਣ ਆਪਾਂ ਲੈ ਕੇ ਆਉਂਦੇ ਹਾਂ ਜੀ, ਕਿ ਇਹ ਤਾਂ ਇਨਸਾਨਾਂ ਦੇ ਨਾਲ ਵਰਤਾਰੇ ਦੀ ਗੱਲ ਹੈ। ਜਿਹੜੇ ਬਾਕੀ ਦੇ ਜੀਵ ਜੰਤੂ ਨੇ ਜੀ ਇੱਥੇ ਧਰਤੀ ਦੇ ਉੱਤੇ, ਉਹਨਾਂ ਦੇ ਵਾਸਤੇ ਉਹਨਾਂ ਦੇ ਨਾਲ ਸਹਿਚਾਰ, ਜਾਂ ਇਹ ਕਹਿ ਲਓ ਕਿ ਰੁੱਖਾਂ ਦੀ ਜਿਹੜੀ ਇੰਪੋਰਟੈਂਸ ਹੈ, ਸੋ ਉਸ ਸੰਬੰਧ ਦੇ ਵਿੱਚ ਵਰਲਡ ਹੈਲਥ ਡੇ ਜਿਹੜਾ ਜੀ ਮਨਾਇਆ ਜਾ ਰਿਹਾ ਦੁਨੀਆ ਭਰ ਦੇ ਵਿੱਚ। ਇਹ ਦਿਨ ਵੈਸੇ ਤਾਂ ਹਰ ਰੋਜ਼ ਹੀ ਅਰਥ ਡੇ ਹੈ, ਕਿਉਂਕਿ ਅਸੀਂ ਤੇ ਧਰਤੀ ਦੇ ਉੱਤੇ ਥੋੜੇ ਟਾਈਮ ਲਈ ਆਏ ਹਾਂ, ਜਾਂ ਇਹ ਕਹਿ ਲਓ ਕਿ ਮੈਕਸਿਮਮ 100 ਈਅਰਸ ਦੀ ਏਜ ਦੀ ਐਵਰੇਜ ਜੇਕਰ 60-70 ਸਾਲ ਦੀ ਏਜ ਦੇ ਵਾਸਤੇ ਇਨਸਾਨ ਧਰਤੀ ਦੇ ਉੱਤੇ ਆਉਂਦਾ ਹੈ। ਲੇਕਿਨ ਉਹ ਇੱਥੇ ਆ ਕੇ ਵੱਡੇ ਕਾਰਖਾਨੇ, ਜਿਵੇਂ ਤੁਸੀਂ ਗੱਡੀਆਂ ਦੀ ਗੱਲ ਕੀਤੀ, ਪ੍ਰਦੂਸ਼ਣ ਦੀ ਗੱਲ ਕੀਤੀ, ਉਹ ਫੈਲਾ ਕੇ ਤੇ ਉਹ ਤੇ ਆਪਣਾ ਕੰਮ ਕਰਕੇ ਗੰਦ ਪਾ ਕੇ ਅੱਗੇ ਨਿਕਲ ਜਾਂਦਾ ਹੈ। ਆਉਣ ਵਾਲੀਆਂ ਨਸਲਾਂ ਨੂੰ ਉਹਦਾ ਖਾਮਿਆਜਾ ਜਿਹੜਾ ਉਹ ਭੁਗਤਣਾ ਪੈਂਦਾ। ਸੋ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗਾ ਕਿ ਜਿਹੜਾ ਕਰੋਨਾ ਵਾਇਰਸ ਕਰਕੇ ਜਿਹੜਾ ਲੋਕਡਾਊਨ ਹੋਇਆ, ਇਹਦੇ ਨਾਲ ਬਾਕੀ ਦੇ ਜਿਹੜੇ ਜੀਵ ਜੰਤ ਨੇ ਜੀ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਉਹਨਾਂ ਦੇ ਪ੍ਰਤੀ ਸਨੇਹ, ਕੰਪੈਸ਼ਨ ਤੁਸੀਂ ਜ਼ਿਕਰ ਕੀਤਾ, ਉਹਦਾ ਥੋੜਾ ਜਿਹਾ ਉਹਦੇ ਬਾਰੇ ਇੱਕ ਗੱਲ ਦੱਸੋ। ਤੇ ਦੂਜਾ, ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਫਿਰ ਜਾਣਨਾ ਚਾਹਾਂਗਾ ਕਿ
ਇਹ ਸਮੁੱਚਾ ਜਿਹੜਾ ਹੈ, ਜਿਹਦਾ ਸਮਾਜਿਕ, ਆਰਥਿਕ ਅਤੇ ਜਿਹੜਾ ਇਨਸਾਨ ਦੇ ਪੋਲੀਟੀਕਲ ਜਿਹੜੇ ਚੇਂਜਸ ਆਏ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜੀ ਇਹਨਾਂ ਦਾ ਜਿਹੜਾ ਅਸਰ ਹੈ ਉਹ ਪੋਜ਼ਿਟਿਵ ਤੇ ਨੈਗੇਟਿਵ ਬੋਥ ਜੀ। ਦੇਖੋ ਜੀ, ਸਭ ਤੋਂ ਪਹਿਲਾਂ ਇਹ ਸੀ ਕਰੋਨਾ ਮਹਾਮਾਰੀ ਨੇ ਸਾਨੂੰ ਇੱਕ ਹੋਰ ਗੱਲ ਪ੍ਰਤੀ ਵੀ ਸੁਨੇਹਾ ਦਿੱਤਾ ਹੈ, ਤਾਂ ਕਿ ਅਸੀਂ ਹੋਰ ਵਧੇਰੇ ਚੇਤਨ ਹੋ ਸਕੀਏ। ਚੇਤਨ ਤਾਂ ਕੁਛ ਹੱਦ ਹੀ ਸੀ, ਪਰ ਹੋਰ ਵਧੇਰੇ ਚੇਤਨ ਹੋਣ ਦੀ ਲੋੜ ਹੈ। ਉਹ ਹੈ ਅਰਥ ਇਜ਼ ਸਿੱਖ। ਸਾਡਾ ਗ੍ਰਹਿ, ਜਿਹਨੂੰ ਅਸੀਂ ਮਾਤਾ ਧਰਤ ਮਹਤ ਕਹਿੰਦੇ ਹਾਂ, ਉਹ ਬਿਮਾਰ ਹੈ। ਬਿਮਾਰ ਕਿਸ ਤਰ੍ਹਾਂ ਹੈ ਕਿ ਅੱਜ ਉਸ ਵਾਤਾਵਰਣ ਜਿਹਨੇ ਸਾਨੂੰ ਇੰਨੀ ਸਾਫ਼ ਹਵਾ, 5 ਤੱਤ ਦਿੱਤੇ ਸੀਗੇ, ਹਵਾ ਵੀ ਹੈ, ਪਾਣੀ ਵੀ ਸੀ, ਸਮੁੰਦਰ ਵੀ ਪਲੀਤ ਹੋਏ, ਏਅਰ ਵੀ ਪਲੀਤ ਹੈ। ਗੁਰਬਾਣੀ ਕਹਿ ਰਹੀ ਹੈ ਸੂਤਕ ਅਗਨ ਪਖੇ ਜਗ ਖਾਏ। ਇਹ ਪੋਲਿਊਸ਼ਨ ਜਿਹੜੀ ਆ ਸਭ ਪਾਸੇ ਫੈਲੀ ਹੋਈ ਹੈ, ਸਾਰੇ ਜੱਗ ਨੂੰ ਖਾ ਰਹੀ ਹੈ। ਬਿਮਾਰੀਆਂ ਜਿਹੜੀਆਂ, ਬਹੁਤ ਸਾਰੀਆਂ ਬਿਮਾਰੀਆਂ ਹੈ, ਸਾਰੀਆਂ ਬਿਮਾਰੀਆਂ ਹਵਾ ਦੇ ਵਿੱਚ ਪੋਲਿਊਟਡ ਏਅਰ ਦੇ ਵਿੱਚ ਲੈਣ ਦੇ ਨਾਲ ਹੁੰਦੀਆਂ ਨੇ। ਇਹ ਅਸ਼ੁੱਧ ਪਾਣੀ ਪੀਣ ਦੇ ਨਾਲ ਤੁਹਾਨੂੰ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਫੜ ਲੈਂਦੀਆਂ ਹੈ। ਤੇ ਹੁਣ ਤੁਸੀਂ ਜਿਹੜਾ ਇੱਕ ਸਵਾਲ ਹੈ ਇਹ ਕਿਹਾ ਸੀ ਕਿ ਪਸ਼ੂ ਪੰਛੀਆਂ, ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਪਸ਼ੂ ਪੰਛੀ ਵੀ ਤੇ ਹੋਰ ਜੀਵ ਵੀ, ਇੱਥੋਂ ਤੱਕ ਕਿ ਨਿਰਜੀਵ ਵੀ ਜਿਹੜੇ ਹੈ ਪ੍ਰਦੂਸ਼ਣ ਤੋਂ ਪ੍ਰਭਾਵਿਤ। ਜਦੋਂ ਤੁਹਾਨੂੰ ਯਾਦ ਹੈ ਕਿ ਗਲਫ ਵਾਰ ਹੋਈ ਸੀ ਤੇ ਉਦੋਂ ਬਹੁਤ ਸਾਰੇ ਤੇਲ ਕੂਆਂ ਨੂੰ ਜਿਹੜਾ ਬੰਬ ਮਾਰ ਕੇ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਤੇ ਬਹੁਤ ਸਾਰਾ ਇਹ ਜਿਹੜਾ ਆਇਲ ਆ ਉਹ ਸਮੁੰਦਰ 'ਚ ਵੀ ਚਲਾ ਗਿਆ ਸੀ। ਏਅਰ ਪੋਲਿਊਸ਼ਨ ਵੀ ਬਹੁਤ ਵੱਧ ਗਈ ਸੀ ਤੇ ਬਹੁਤ ਸਾਰੇ ਆਇਲ ਟੈਂਕਰ ਵੀ ਸਮੁੰਦਰਾਂ ਦੇ ਵਿੱਚ ਜਦੋਂ ਲੀਕ ਕਰ ਜਾਂਦੇ ਨੇ, ਐਕਸੀਡੈਂਟ ਹੋ ਜਾਂਦਾ ਹੈ, ਤਾਂ ਜਦੋਂ ਆਇਲ ਫੈਲਦਾ ਹੈ ਤਾਂ ਬਹੁਤ ਸਾਰੇ ਮੈਰੀਨ ਲਾਈਫ ਵੀ ਅਫੈਕਟ ਹੁੰਦੀ ਹੈ। ਤੁਹਾਨੂੰ ਇਹ ਵੀ ਯਾਦ ਹੈ ਕਿ ਜਦੋਂ ਅਸੀਂ ਪੈਸਟੀਸਾਈਡ ਵੱਧ ਤੋਂ ਵੱਧ ਯੂਜ਼ ਕੀਤੇ, ਵੱਧ ਤੋਂ ਵੱਧ ਫਸਲ ਲੈਣ ਦੇ ਲਈ ਕੀਟਨਾਸ਼ਕਾਂ ਨੂੰ, ਪੋਲੀਨੇਟਰਸ ਨੂੰ ਮਾਰਿਆ, ਤੇ ਉਹ ਉਸ ਤੋਂ ਬਾਅਦ ਇੱਲਾਂ ਗਿਰਜਾਂ ਜਿਹੜੀਆਂ ਬਹੁਤ ਖਤਮ ਹੋ ਗਈਆਂ, ਕਿਉਂਕਿ ਉਹਨਾਂ ਨੇ ਜਿਹੜਾ ਜਦੋਂ ਤੁਹਾਡੀ ਖਾਦ ਲੜੀ ਦੇ ਵਿੱਚ ਚਲਾ ਗਿਆ ਉਹ ਪੈਸਟੀਸਾਈਡ, ਉਹ ਹੀ ਜਾਨਵਰਾਂ ਨੇ ਖਾਧਾ, ਜਾਨਵਰ ਮਰ ਗਏ ਤਾਂ ਬਚਰਸ ਜਿਹੜੇ ਉਹਨਾਂ ਦਾ ਮਾਸ ਖਾਧਾ ਜਾਨਵਰਾਂ ਦਾ, ਤਾਂ ਉਹ ਵੀ ਪ੍ਰਭਾਵਿਤ। ਸੋ ਇਹ ਸਾਰੀਆਂ ਗੱਲਾਂ ਦੇ ਨਾਲ ਜਿੱਥੇ ਜੀਵ ਜੰਤੂ ਵੀ ਪ੍ਰਭਾਵਿਤ ਹੁੰਦੇ ਨੇ, ਉਹ ਵੀ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਨੇ, ਦੂਸਰੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੁੰਦੇ ਨੇ। ਤੇ ਹੈਰਾਨੀ ਦੀ ਇਹ ਗੱਲ ਹੈ ਕਿ ਉਹਨਾਂ ਦੇ ਹਸਪਤਾਲ ਵੀ ਹੈ ਨਹੀਂ। ਬਹੁਤ ਜਗ੍ਹਾ ਹੈ ਸਾਡੇ ਪਾਸ ਵੈਟਰਨਰੀ ਹਸਪੀਟਲ ਨੇ ਜਿੱਥੇ ਉਹ ਅਸੀਂ ਉਹ ਸੁਵਿਧਾਵਾਂ ਦਿੰਦੇ ਹਾਂ, ਪਰ ਜਿੱਦਾਂ ਇਨਸਾਨ ਆਪਣੀ ਮਰਜ਼ੀ ਨਾਲ ਕਿਸੇ ਵੀ ਹਸਪੀਟਲ ਜਾ ਸਕਦਾ, ਜਾਨਵਰ ਤਾਂ ਨਹੀਂ ਨਾ ਜਾ ਸਕਦਾ। ਸੋ ਉਹਨਾਂ ਸੁਵਿਧਾਵਾਂ ਵੱਲ ਧਿਆਨ ਦੇਣ ਦੀ ਲੋੜ ਹੈ ਔਰ ਉਹਨਾਂ ਦੇ ਦੁੱਖ ਨੂੰ ਵੀ ਸਮਝਣ ਦੀ ਲੋੜ ਹੈ। ਈਵਨ ਤੁਸੀਂ ਦੇਖੋਗੇ ਕਿ ਅਗਰ ਅਸੀਂ ਐਕਸੈਸਿਵ ਪੈਸਟੀਸਾਈਡ ਜਾਂ ਕੈਮੀਕਲ ਜਾਂ ਜਿਹੜੇ ਰਸਾਇਣਿਕ ਫਰਟੀਲਾਈਜ਼ਰ ਯੂਜ਼ ਕਰੀਏ ਤਾਂ ਧਰਤੀ ਬਹੁਤ ਵਾਰ ਬੰਜਰ ਹੋ ਜਾਂਦੀ। ਉੱਥੋਂ ਦਾ ਘਾਹ ਵੀ ਪੀੜਤ ਹੈ, ਉੱਥੋਂ ਦੇ ਦਰਖਤ ਵੀ ਪੀੜਤ ਨੇ। ਇਹਨਾਂ ਚੀਜ਼ਾਂ ਦਾ ਧਿਆਨ ਕਿ ਇੱਕ ਬੈਲੈਂਸ ਜਿਹੜਾ ਹੈ, ਨੈਚੁਰਲ ਬੈਲੈਂਸ ਜ਼ਮੀਨ ਦੇ ਵਿੱਚ ਰੱਖਣ ਦੀ ਲਈ ਵੀ ਲੋੜ ਹੈ, ਹਵਾ ਦੇ ਵਿੱਚ ਰੱਖਣ ਦੇ ਲਈ ਲੋੜ ਹੈ, ਤੇ ਪਾਣੀ ਦੇ ਉੱਤੇ ਪਾਣੀ ਸਾਡੀ ਧਰਤੀ ਦੇ 70% ਹੈ। ਜੇ ਪਾਣੀ ਹੀ ਪ੍ਰਦੂਸ਼ਿਤ ਹੋ ਜਾਂਦਾ ਹੈ ਤੇ ਉਸ ਦੇ ਨਾਲ ਕਿੰਨੇ ਜਿਹੜੀ ਹੈ ਲਾਈਫ ਹੈ ਉਹ ਇਫੈਕਟ ਹੁੰਦੀ ਹੈ। ਇਹ ਸਾਰੇ ਆਪਸ 'ਚ ਜੁੜੇ ਹੋਣ ਕਰਕੇ ਹੁਣ ਤੁਸੀਂ ਇਹ ਦੇਖੋ, ਗੁਰਬਾਣੀ ਨੇ ਇੱਥੇ ਵੀ ਸਾਨੂੰ ਗਾਈਡੈਂਸ ਦਿੱਤੀ ਹੈ, ਸੂਤਕ ਜਲ ਥਲ ਸਭੀ ਥਾਂ, ਵੀ ਭਾਈ ਪੋਲਿਊਸ਼ਨ ਜ਼ਮੀਨ ਤੇ ਵੀ ਹੈ, ਪਾਣੀ ਦੇ ਵਿੱਚ ਹੈ, ਸਭ ਜਗ੍ਹਾ ਹੈਗੀ ਆ। ਸੋ ਬੀ ਅਵੇਅਰ, ਤੇ ਉਹਦੇ ਲਈ ਸਾਨੂੰ ਜੋ ਯੋਗ ਕਦਮ ਚੁੱਕਣ ਦੀ ਲੋੜ ਹੈ ਉਹ ਚੁੱਕਣੇ ਚਾਹੀਦੇ ਆ। ਉਹ ਜਿਹੀਆਂ ਪਾਲਿਸੀਜ਼ ਬਣਨੀਆਂ ਚਾਹੀਦੀਆਂ, ਉਹ ਜਿਹੇ ਪਾਲਿਸੀਜ਼ ਦੀ ਸਹੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਨੂੰ ਇਸ ਖੇਤਰ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਉਹਨਾਂ ਦੁਆਰਾ ਬਣਾਈਆਂ ਸਹੀ ਨੀਤੀਆਂ ਦਾ ਸਹੀ ਇੰਪਲੀਮੈਂਟੇਸ਼ਨ ਹਰ ਲੈਵਲ ਤੇ ਹੋ ਸਕੇ। ਉਸ ਦੇ ਵਿੱਚ ਮੈਂ ਸਮਝਦਾ ਕਿ ਐਜੂਕੇਸ਼ਨ ਜਿਹੜੀ ਹੈ, ਸਕੂਲ ਤੇ ਕਾਲਜ ਤੇ ਹੋਰ ਵਿਦਿਅਕ ਅਦਾਰੇ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਆ, ਜਿੱਥੋਂ ਅਸੀਂ ਉਹ ਮੈਸੇਜ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਤੇ ਬਹੁਤ ਸਾਰੀਆਂ NGOs ਵੀ ਇਹਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰ ਸਕਦੀਆਂ। ਪਿੱਛੇ ਜਿਹੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਦੋਂ ਅਸੀਂ ਮਨਾ ਰਹੇ ਸਾਂ ਤਾਂ ਅਮਰੀਕਾ ਦੀ ਇੱਕ ਸੰਸਥਾ ਈਕੋਸਿੱਖ ਨੇ 10 ਲੱਖ ਦਰਖਤ ਪੂਰੇ ਪਲੈਨਟ ਤੇ ਲਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਸਿਰਫ ਗੁਰੂ ਸਾਹਿਬਾਨ ਦੇ ਜਨਮ ਦੀ ਇੰਤਜ਼ਾਰ ਨਹੀਂ ਰਹਿਣਾ ਚਾਹੀਦਾ, ਸਾਨੂੰ ਇਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਪਾਰਟ ਬਣਾਉਣਾ ਚਾਹੀਦਾ ਹੈ ਕਿ ਸਮੇਂ-ਸਮੇਂ ਜਦੋਂ ਵੀ ਇੱਕ ਮੌਕਾ ਮਿਲੇ, ਕੋਈ ਗੁਰਪੁਰਬ ਹੋਵੇ, ਕੋਈ ਚੰਗਾ ਦਿਹਾੜਾ ਹੋਵੇ, ਕੋਈ ਅਰਥ ਡੇ ਹੋਵੇ, ਤੇ ਸਾਨੂੰ ਇਹ ਦਰਖਤ ਲਗਾ ਕੇ ਪਲੈਨਟ ਦੀ ਹੈਲਥ, ਕਿਉਂਕਿ ਇੱਕ ਦਰਖਤ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ
ਇੰਨੀ ਜ਼ਿਆਦਾ ਆਕਸੀਜਨ ਦਿੰਦਾ ਹੈ ਜਿਹੜੀ ਕਿ ਅਸੀਂ ਕਿਸੇ ਵੀ ਕੈਮੀਕਲ ਫੈਕਟਰੀ 'ਚ ਬਣਾਉਣ ਦੇ ਲਈ ਸਾਨੂੰ ਲੱਖਾਂ ਅਰਬਾਂ ਰੁਪਈਏ ਲਾਣੇ ਪੈ ਸਕਦੇ ਨੇ। ਜਿਹੜਾ ਕਿ ਇੱਕ ਪਲਾਂਟ ਲਾਇਆ ਉਹ ਸਾਨੂੰ ਉਹ ਫਾਇਦਾ ਮਿਲਦਾ ਹੈ, ਉਹ ਜਿੱਥੇ ਸਾਨੂੰ ਫਲ ਫਰੂਟ ਵੀ ਦਿੰਦਾ, ਉੱਥੇ ਸਾਨੂੰ ਸਾਹ ਲਈ ਤਾਜ਼ੀ ਹਵਾ ਵੀ ਦਿੰਦਾ ਹੈ ਤੇ ਸਾਡੇ ਦੁਆਰਾ ਜਿਹੜੀ ਨਿਕਾਸ ਕੀਤੀ ਗਈ ਕਾਰਬਨ ਡਾਈਆਕਸਾਈਡ ਉਹਨੂੰ ਉਹ ਖਾ ਕੇ ਉਹ ਵੱਧਦਾ ਫੁੱਲਦਾ ਹੈ ਤੇ ਉਹ ਇਸ ਤਰ੍ਹਾਂ ਉਹ ਅਸੀਂ ਆਪਸ 'ਚ ਲਿੰਕਡ ਵੀ ਹੈ ਔਰ ਇੱਕ ਦੂਜੇ ਤੇ ਡਿਪੈਂਡੈਂਟ ਵੀ ਹੈ ਤੇ ਇਸ ਦੇ ਨਾਲ ਪਲੈਨਟ ਦੀ ਹੈਲਥ ਵੀ ਸਹੀ ਰਹਿੰਦੀ ਹੈ ਔਰ ਪਲੈਨਟ ਦੀ ਹੈਲਥ ਸਹੀ ਹੈ ਤਾਂ ਅਸੀਂ ਵੀ ਸਹੀ ਹੈ। ਸੋ ਇਸ ਗੱਲ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ। ਨਹੀਂ, ਬਹੁਤ ਡਾਕਟਰ ਸਾਹਿਬ ਬਹੁਤ ਵਧੀਆ ਸੀ ਗੱਲ ਕੀਤੀ ਹੈ। ਸੋ ਮੈਂ ਸਮਝਦਾ ਕਿ ਸਾਡੇ ਦਰਸ਼ਕ ਇਸ ਗੱਲੋਂ ਬਿਲਕੁਲ ਇਸ ਦਾ ਚੀਜ਼ ਦਾ ਧਿਆਨ ਦੇ ਵਿੱਚ ਰੱਖਦੇ ਹੋਏ ਔਰ ਕੁਝ ਲੈਸਨਸ ਲੈਣ ਦੀ ਗੱਲ ਜਿਹੜੀ ਉਹ ਕਰਨਗੇ। ਔਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਦੇ ਹਾਂ ਕਿ ਜੇਕਰ ਤੁਸੀਂ ਕੋਈ ਵੀ ਗੱਲਬਾਤ ਇਨਵਾਇਰਨਮੈਂਟ ਨਾਲ ਸੰਬੰਧਿਤ ਜਾਣਨੀ ਚਾਹੁੰਦੇ ਹੋ, ਗੱਲ ਕਰਨੀ ਚਾਹੁੰਦੇ ਹੋ, ਤਾਂ ਡਾਕਟਰ DP ਸਿੰਘ ਹੋਰਾਂ ਦਾ ਜਿਹੜਾ ਜੀ ਲਿੰਕ ਦੇ ਵਿੱਚ ਜਦੋਂ ਅਸੀਂ ਲਿੰਕ ਤੇ ਜਾਊਂਗੇ ਔਰ ਐਂਡ ਦੇ ਵਿੱਚ ਇਹਨਾਂ ਦਾ ਨੰਬਰ ਵੀ ਮੈਂ ਇੱਥੇ ਅਸੀਂ ਕਰਾਂਗੇ ਨਸ਼ਰ। ਔਰ ਇਹਨਾਂ ਦੇ ਨਾਲ ਕਿਸੇ ਵੀ ਵਕਤ ਥਰੂ ਸੋਸ਼ਲ ਮੀਡੀਆ ਡਾਕਟਰ D ਪਾਲ ਸਿੰਘ ਦੇ ਨਾਂ ਦੇ ਉੱਤੇ ਫੇਸਬੁੱਕ ਤੇ ਨੇ ਜਾਂ ਡਾਕਟਰ DP ਸਿੰਘ ਪਾਓਗੇ ਤੇ ਤੁਹਾਨੂੰ ਮਿਲ ਜਾਣਗੇ। ਸੋ ਡਾਕਟਰ ਸਾਹਿਬ, ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਜਾਣਕਾਰੀ ਭਰਪੂਰ ਇਹ ਗੱਲਬਾਤ ਲੈ ਕੇ ਆਉਣ ਦੇ ਲਈ ਔਰ ਵਰਲਡ ਅਰਥ ਡੇ ਨੂੰ ਕਿਉਂਕਿ ਅਸੀਂ ਸਮਰਪਿਤ ਅੱਜ ਦਾ ਪ੍ਰੋਗਰਾਮ ਕੀਤਾ ਹੈ, ਸੋ ਉਸ ਪ੍ਰੋਗਰਾਮ ਉਸ ਦੇ ਲਈ ਵੀ ਅਤੇ ਤੁਹਾਡਾ ਜਿਹੜਾ ਜਿੱਥੇ ਮੈਂ ਧੰਨਵਾਦ ਕਰਨਾ ਚਾਹਾਂਗਾ ਉੱਥੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਔਰ ਆਪਣੇ ਵਡਮੁੱਲੇ ਜਿਹੜੇ ਵਿਚਾਰ ਨੇ ਜੀ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਸੋ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਔਰ ਨਾਲ ਦੀ ਨਾਲ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਜਿੱਥੇ ਵਰਲਡ ਅਰਥ ਡੇ ਜਿਹੜਾ ਕਿ 22 ਅਪ੍ਰੈਲ ਦਾ ਦਿਨ ਹੈ ਉਸ ਦੀਆਂ ਮੁਬਾਰਕਾਂ ਵੀ ਦਿੰਦਾ ਹੈ ਤੇ ਉਸ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਇਹ 50ਵੀਂ ਜਿਹੜੀ ਵਰ੍ਹੇਗੰਢ ਹੈ 1970 ਤੋਂ ਯੂਨਾਈਟਿਡ ਨੇਸ਼ਨ ਦੀ ਰਹਿਨੁਮਾਈ ਹੇਠ ਜਿਹੜੀ ਇਹ ਸ਼ੁਰੂ ਹੋਈ ਸੀ ਵਰਲਡ ਅਰਥ ਡੇ, ਸੋ ਉਹਨੂੰ 50 ਸਾਲ ਹੋ ਗਏ ਨੇ। ਸੋ ਇਹਨਾਂ 50 ਸਾਲਾਂ 'ਚ ਅਸੀਂ ਇਸ ਧਰਤੀ ਨੂੰ ਕਿੰਨਾ ਕੁਝ ਦਿੱਤਾ ਹੈ ਜਾਂ ਇਸ ਤੋਂ ਕਿੰਨਾ ਕੁਝ ਇਸ ਨੂੰ ਨਿਚੋੜਿਆ, ਇਹਦੇ ਰਿਸੋਰਸਿਸ ਨੂੰ ਐਕਸਪਲੋਇਟ ਕੀਤਾ ਹੈ, ਥੋੜਾ ਜਿਹਾ ਉਹਦੇ ਬਾਰੇ ਸੋਚਣ ਦੀ ਜਿਹੜੀ ਹੈ ਜ਼ਰੂਰਤ ਹੈ। ਸੋ ਅੱਜ ਅਸੀਂ ਇਹ ਪ੍ਰਣ ਕਰੀਏ ਇਹ ਕਿ ਅਸੀਂ ਵਰਲਡ ਅਰਥ ਡੇ ਵਾਲੇ ਦਿਨ ਇਸ ਧਰਤੀ ਦੇ ਦਿਵਸ ਨੂੰ ਬੜੀ ਜਿਹੜੀ ਹੈ ਪਿਆਰ ਨਾਲ ਮਨਾਈਏ। ਜਿੱਥੇ ਅਸੀਂ ਹੋਰ ਦਿਨ ਆਪਣੇ ਬਰਥਡੇ ਮਨਾਉਂਦੇ ਹਾਂ, ਇਸ ਧਰਤੀ ਦਾ ਜਨਮ ਵੀ ਜਿਹੜਾ ਹੈ ਜੀ ਧਰਤੀ ਦਾ ਜਿਹੜਾ ਦਿਨ ਹੈ ਉਹਨੂੰ ਵੀ ਮਨਾਈਏ। ਸੋ ਡਾਕਟਰ ਸਾਹਿਬ ਅਖੀਰ 'ਚ ਕੀ ਕਹਿਣਾ ਚਾਹੋਗੇ? ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਮਹਾਮਾਰੀ ਨੇ ਸਾਨੂੰ ਇੱਕ ਤਾਂ ਗੱਲ ਇਹ ਦੱਸੀ ਹੈ, ਇਸ ਗ੍ਰੇਟ ਕਰੈਕਟਰ ਨੇ ਸਾਨੂੰ ਚੇਤਨ ਕੀਤਾ ਕਿ ਭਾਈ ਗੜਬੜ ਹੈ, ਤੁਹਾਡੀਆਂ ਐਕਟੀਵਿਟੀਜ਼ ਨੇ ਜਿਹੜਾ ਕੁਦਰਤੀ ਬੈਲੈਂਸ ਨੂੰ ਗੜਬੜਾ ਦਿੱਤਾ ਹੈ, ਉਧਰ ਧਿਆਨ ਦੇਣ ਦੀ ਲੋੜ ਹੈ। ਔਰ ਇਸ ਸੰਬੰਧ ਦੇ ਵਿੱਚ ਗੁਰਬਾਣੀ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਜੇ ਕਥਨ ਹੈ ਗੁਰੂ ਸਾਹਿਬ ਦਾ, ਗੁਰੂ ਅਮਰਦਾਸ ਜੀ ਦਾ, ਸਭਨਾ ਕਾ ਦਾਤਾ ਏਕ ਹੈ, ਭੁੱਲਿਆ ਲੈ ਸਮਝਾਏ। ਉਹ ਕ੍ਰੀਏਟਰ, ਉਹ ਪ੍ਰਭੂ ਜਿਹਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਉਹ ਭੁੱਲਿਆ ਨੂੰ ਸਹੀ ਰਸਤੇ ਵੀ ਪਾਉਣ ਵਾਲਾ ਹੈ, ਉਹਨਾਂ ਨੂੰ ਆਪਣੇ ਗਲ ਲਾਉਣ ਵਾਲਾ ਹੈ। ਭੁੱਲੇ ਅਗਰ ਆਪਣੀ ਗਲਤੀ ਨੂੰ ਮੰਨ ਲੈਂਦਾ ਹੈ ਤਾਂ ਅੱਜ ਸਾਨੂੰ ਆਪਣੀ ਇਹ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਵਾਤਾਵਰਨ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ ਤੇ ਅਸੀਂ ਆਪਣੀ ਇਸ ਗਲਤੀ ਦਾ ਸੁਧਾਰ ਕਰਨ ਵੱਲ ਨੂੰ ਚੱਲਣਾ ਚਾਹੀਦਾ ਹੈ, ਤਾਂ ਕਿ ਅਸੀਂ ਖੁਦ ਵੀ ਤੇ ਸਾਡੇ ਸੰਗੀ ਸਾਥੀ ਪੌਦੇ ਵੀ ਤੇ ਜੀਵ ਵੀ ਤੇ ਹੋਰ ਚੀਜ਼ਾਂ ਵੀ ਆਪਣਾ ਖੁਸ਼ਹਾਲ ਜੀਵਨ ਬਸਰ ਕਰ ਸਕਣ। ਇਹ ਪੂਰੇ ਸੂਰਜ ਮੰਡਲ ਦੇ ਵਿੱਚ ਹਾਲੇ ਤੱਕ ਸਾਡੇ ਗਿਆਨ ਮੁਤਾਬਕ ਪੂਰੇ ਬ੍ਰਹਿਮੰਡ ਵਿੱਚ ਇਹੋ ਇੱਕੋ ਇੱਕ ਗ੍ਰਹਿ ਜਿਹਦੇ ਉੱਤੇ ਅਸੀਂ ਜੀਵਨ ਜਿਹੜਾ ਹੈ ਤੇ ਮੌਜੂਦ ਹੈ। ਆਉਣ ਵਾਲੇ ਸਮੇਂ 'ਚ ਹੋ ਸਕਦਾ ਸਾਨੂੰ ਹੋਰ ਜਗ੍ਹਾ ਤੇ ਪਤਾ ਲੱਗ ਜਾਏ, ਪਰ ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਤੇ ਇਸ ਜੀਵਨ ਨੂੰ ਬਣਾਏ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਪਲੈਨਟ ਨੂੰ ਪਿਆਰ ਕਰੀਏ ਔਰ ਇਸ ਦੇ ਕੁਦਰਤੀ ਵਾਤਾਵਰਨ ਨੂੰ ਬਣਾਏ ਰੱਖਣ 'ਚ ਆਪਣਾ ਯੋਗਦਾਨ ਪਾਈਏ। ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੈਲੋ ਕੈਨੇਡਾ ਦੇ ਇਸ ਖਾਸ ਵਰਲਡ ਅਰਥ ਡੇ ਦੀ ਸੈਲੀਬ੍ਰੇਸ਼ਨ ਦੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਇਜਾਜ਼ਤ ਚਾਹਾਂਗੇ ਤੇ ਆਪ ਸਭ ਦਰਸ਼ਕਾਂ ਨੂੰ ਬੇਨਤੀ ਹੈ ਕਿ ਵਰਲਡ ਅਰਥ ਡੇ ਵਾਲੇ ਦਿਨ ਤੁਸੀਂ ਜਿਹੜਾ ਹੈ 22 ਅਪ੍ਰੈਲ ਦਾ ਦਿਨ ਇਹ ਪੈਂਦਾ ਹੈ ਅੱਜ ਦਾ ਦਿਨ, ਇਸ ਦਿਨ ਤੁਸੀਂ ਆਪਣੇ ਜਿਹੜੇ ਆਲੇ ਦੁਆਲੇ ਨੂੰ ਸੰਵਾਰਨ ਦੀ, ਅਰਥ ਨੂੰ ਸੰਵਾਰਨ ਦੀਆਂ ਗੱਲਾਂ ਜਿਹੜੀਆਂ ਜੀ ਉਹ ਸੋਚੋ, ਉਹਨਾਂ ਦੇ ਉੱਤੇ ਅਮਲ ਕਰੋ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਹੁਣ ਇਜਾਜ਼ਤ ਲੈਂਦੇ ਹਾਂ। ਹੱਸਦੇ ਵਸਦੇ ਰਹੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।